ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਸਾਨੂੰ ਰੋਜ਼ ਗੁਰੂ ਦੀਆਂ ਗੱਲਾਂ ਕਰਨ ਦਾ, ਸੁਣਨ ਦਾ ਸਮਾਂ ਮਿਲਦਾ ਹੈ। ਵਿਚਾਰਾਂ ਚੋਂ ਸਿੱਖਣਾ, ਫਿਰ ਸਿਖਾਉਣਾ, ਇਹ ਗੁਰੂ ਬਾਬੇ ਦਾ ਉਪਦੇਸ਼ ਹੈ। ਜੋ ਅਸੀਂ ਸਿੱਖਦੇ ਹਾਂ, ਇਹਨੂੰ ਅਸੀਂ ਅੱਗੇ ਵੀ ਖਜ਼ਾਨੇ ਨੂੰ ਵੰਡੀਏ, ਤਦ ਕਿ ਗੁਰੂ ਦੀਆਂ ਖੁਸ਼ੀਆਂ ਲੈ ਸਕੀਏ। ਜਪ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਪਾਵਨ ਰਚਨਾ, ਜਿਸ ਦੀਆਂ 24 ਪੌੜੀਆਂ ਦੀ ਵਿਚਾਰ ਅਸੀਂ ਪਹਿਲਾਂ ਸੰਪੂਰਨ ਕਰ ਚੁੱਕੇ ਹਾਂ। ਅੱਜ 25ਵੀਂ ਪੌੜੀ ਤੋਂ ਇਸ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ ਔਰ ਇਹ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਉਹ ਰੋਜ਼ ਨਿਭਾ ਰਹੇ ਹਨ। ਅੱਜ 25ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਉਹ ਆਰੰਭ ਕਰ ਰਹੇ ਹਨ। ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ 25ਵੀਂ ਪੌੜੀ ਦੀ ਵਿਚਾਰ ਆਰੰਭ ਕੀਤੀ ਜਾਏ। ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪ, ਜਿਸ ਨੂੰ ਅਸੀਂ ਸਤਿਕਾਰ ਦੇ ਨਾਲ ਜਪਜੀ ਸਾਹਿਬ ਵੀ ਕਹਿੰਦੇ ਹਾਂ, ਉਸ ਬਾਣੀ ਦੀ ਵਿਚਾਰ ਕਰਨ ਦਾ ਆਪਾਂ ਸਾਰੇ ਰਲ ਮਿਲ ਕੇ ਯਤਨ ਕਰ ਰਹੇ ਹਾਂ। ਪਿਛਲੇ ਕੁਝ ਸਮੇਂ 'ਚ ਅਸੀਂ ਸਤਿਗੁਰੂ ਜੀ ਨੇ ਜਿਵੇਂ ਸਾਨੂੰ ਉਂਗਲੀ ਲਗਾ ਕੇ ਇੱਕ ਇੱਕ ਗੱਲ ਸਮਝਾਉਂਦੇ ਹੋਏ ਇੱਥੇ ਤੱਕ ਲੈ ਕੇ ਆਏ ਹਨ, ਹੁਣ ਸਤਿਗੁਰੂ ਸਾਨੂੰ ਅੱਗੇ ਤੋਰਦੇ ਹਨ ਤੇ ਇਸ ਪੌੜੀ ਵਿੱਚ ਅੱਗੋਂ ਜਿਹੜੀ ਗੱਲ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਸਮਝਣ ਵਾਲੀ ਹੈ, ਉਹ ਸਮਝਾ ਰਹੇ ਹਨ। ਆਓ ਸਭ ਤੋਂ ਪਹਿਲਾਂ ਥੋੜਾ ਜਿਹਾ ਪਿਛਲੀਆਂ ਕੁਝ ਕੁ ਪੌੜੀਆਂ ਦਾ ਆਪਾਂ ਸਾਰ ਇੱਕ ਵਾਰੀ ਫੇਰ ਰਿਵਾਈਜ਼ ਕਰ ਲਈਏ, ਤਾਂ ਕਿ ਸਾਨੂੰ ਅੱਗੋਂ ਗੱਲ ਸਮਝਣ ਵਿੱਚ ਥੋੜੀ ਜਿਹੀ ਆਸਾਨੀ ਹੋ ਜਾਏ। ਸਤਿਗੁਰੂ ਜੀ ਨੇ ਪਿਛਲੀਆਂ 4 ਪੌੜੀਆਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਾਨੂੰ ਨਾਮ ਦੀ ਜੋ ਸਰਵਉੱਚਤਾ ਹੈ, ਨਾਮ ਦੀ ਇੰਪੋਰਟੈਂਸ ਹੈ, ਕਿ ਕਿਸ ਤਰ੍ਹਾਂ ਨਾਮ ਇੱਕ ਉਹ ਵਸਤੂ ਹੈ, ਉਹ ਅਮੁੱਲ ਵਸਤੂ ਹੈ, ਜਿਹੜੀ ਸਾਡੇ ਮਨ ਤੇ ਚੜੀ ਹੋਈ ਮਾੜੇ ਕਰਮਾਂ ਦੀ ਮੈਲ ਜੋ ਹੈ ਉਹ ਉਤਾਰਦੀ ਹੈ ਤੇ ਮਨ ਨੂੰ ਪਵਿੱਤਰ ਕਰਦੀ ਹੈ। ਇਸ ਕੰਮ ਲਈ ਜਿਹੜੇ ਬਾਕੀ ਅਖੌਤੀ ਕਰਮ ਕਾਂਡੀ ਕਰਮ, ਜਿਨ੍ਹਾਂ ਦੇ ਹਿੱਸੇ ਇਹ ਗੱਲ ਦੱਸੀ ਗਈ ਸੀ ਕਿ ਇਹ ਸਾਡੇ ਮਨ ਦੀ ਮੈਲ ਉਤਾਰਦੇ ਹਨ, ਸਾਡੇ ਪਾਪਾਂ ਨੂੰ ਧੋਂਦੇ ਹਨ, ਸਾਡੇ ਜੀਵਨ ਨੂੰ ਪਵਿੱਤਰ ਕਰਦੇ ਹਨ, ਸਤਿਗੁਰੂ ਕਹਿੰਦੇ ਹਨ ਕਿ ਨਹੀਂ, ਇਹ ਸਾਰੇ ਕਰਮ ਇਹਦੇ ਸਾਹਮਣੇ ਨਿਗੁਣੇ ਹਨ। ਲੋੜ ਤਾਂ ਹੈ ਸਿਰਫ ਇੱਕੋ ਗੱਲ ਦੀ ਕਿ ਅਕਾਲ ਪੁਰਖ ਦੇ ਪਿਆਰ ਦੇ ਵਿੱਚ, ਅਕਾਲ ਪੁਰਖ ਦੇ ਹੁਕਮ ਦੇ ਵਿੱਚ, ਉਹਦੇ ਨਾਮ ਦੇ ਵਿੱਚ ਉਸ ਅਕਾਲ ਪੁਰਖ ਦੇ ਦਰਸ਼ਨ ਕੀਤੇ ਜਾਣ ਜੋ ਸਾਡੇ ਹਿਰਦੇ ਦੇ ਵਿੱਚ ਬੈਠਾ ਹੋਇਆ ਹੈ। ਇਹੀ ਸਭ ਤੋਂ ਵੱਡਾ ਤੀਰਥ ਹੈ ਤੇ ਇਹੀ ਸਭ ਤੋਂ ਵੱਡਾ ਮੈਲ ਉਤਾਰਨ ਦਾ ਸਾਧਨ ਹੈ ਕਿ ਉਸ ਪ੍ਰਭੂ ਦੇ ਨਾਲ ਜੁੜਿਆ ਜਾਵੇ। ਉਸ ਦੇ ਨਾਲ ਜੁੜਨ ਦਾ ਫਾਇਦਾ ਇਹ ਹੈ ਕਿ ਅਸੀਂ ਉਸ ਤੋਂ ਗੁਣ ਪ੍ਰਾਪਤ ਕਰਨੇ ਹਨ, ਆਪਣੇ ਜੀਵਨ ਦੇ ਵਿੱਚ ਧਾਰਨ ਕਰਨੇ ਹਨ। ਇਹੀ ਸਾਡੇ ਜੀਵਨ ਦਾ ਮਨੋਰਥ ਹੈ, ਕਿਉਂਕਿ ਸਾਡਾ ਜੀਵਨ ਗੁਣਾਂ ਵਾਲਾ ਤਾਂ ਹੀ ਬਣ ਸਕਦਾ ਹੈ ਜੇ ਅਸੀਂ ਅਕਾਲ ਪੁਰਖ ਦੇ ਗੁਣਾਂ ਨਾਲ ਜੁੜ ਕੇ ਗੁਣ ਧਾਰਨ ਕਰਨ ਦਾ ਯਤਨ ਜ਼ਿੰਦਗੀ ਭਰ ਜਾਰੀ ਰੱਖੀਏ।
ਤੇ ਅਕਾਲ ਪੁਰਖ ਨੂੰ ਸਾਡੇ ਕੀਤੇ ਹੋਏ ਅਖੌਤੀ ਕਰਮ ਕਾਂਡ ਚੰਗੇ ਨਹੀਂ ਲੱਗ ਸਕਦੇ। ਉਹਨੂੰ ਕੇਵਲ ਇੱਕੋ ਹੀ ਚੀਜ਼ ਚੰਗੀ ਲੱਗਦੀ ਹੈ ਕਿ ਸਾਡਾ ਅਮਲੀ ਜੀਵਨ ਜਿਹੜਾ ਹੈ, ਅਸੀਂ ਜੀਵਨ ਕਿਸ ਢੰਗ ਨਾਲ ਜੀਉ ਰਹੇ ਹਾਂ, ਉਹ ਚੰਗਾ ਹੋਣਾ ਚਾਹੀਦਾ ਹੈ। ਇਹੀ ਪ੍ਰਭੂ ਦੇ ਵਾਸਤੇ, ਪ੍ਰਭੂ ਨੂੰ ਚੰਗੇ ਲੱਗਣ ਵਾਸਤੇ ਸਾਡੇ ਲਈ ਇਹੀ ਕੰਮ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਕੀ ਕਰਮ ਜਿਹੜੇ ਹਨ ਉਹ ਸਹਾਇਕ ਤਾਂ ਹੋ ਸਕਦੇ ਹਨ, ਪਰ ਉਹ ਮੁੱਖ ਕਰਮ ਨਹੀਂ ਹੋ ਸਕਦੇ। ਬਾਕੀ ਜੋ ਵੀ ਸਾਡੀ ਧਾਰਮਿਕ ਜ਼ਿੰਦਗੀ ਦਾ ਹਿੱਸਾ ਹੈ, ਇਸੇ ਇੱਕ ਗੱਲ ਦਾ ਹੀ ਹਿੱਸਾ ਹੈ, ਇਸੇ ਇੱਕ ਗੱਲ ਦੇ ਹੀ ਸਹਾਇਕ ਹੈ ਕਿ ਅਸੀਂ ਕਿਵੇਂ ਆਪਣੇ ਅਮਲੀ ਜੀਵਨ ਨੂੰ, ਪ੍ਰੈਕਟੀਕਲ ਲਾਈਫ ਨੂੰ ਚੰਗੇ ਬਣਾਉਣਾ ਹੈ। ਤੇ ਸਤਿਗੁਰੂ ਜੀ ਗੁਣ ਗਾਉਣ ਦੇ ਸਾਧਨ ਨੂੰ ਕਿ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਜੁੜਨਾ, ਹੋਰ ਕਿਸੇ ਸ਼ਕਤੀ ਨਾਲ ਨਹੀਂ ਜੁੜਨਾ। ਇਹ ਵੀ ਦੱਸਦੇ ਹਨ ਕਿ ਇਹ ਰੁਕਾਵਟ ਤੋਂ ਬਚਣਾ ਹੈ ਕਿ ਪ੍ਰਭੂ ਦੇ ਗੁਣ ਗਾਉਂਦੇ ਹੋਏ, ਪ੍ਰਭੂ ਨਾਲ ਜੁੜਦੇ ਹੋਏ ਕਿਤੇ ਅਸੀਂ ਉਹਦੀਆਂ ਗੁੰਝਲਾਂ ਖੋਲ੍ਹਣ, ਕੁਦਰਤ ਦੀਆਂ ਗੁੰਝਲਾਂ ਖੋਲ੍ਹਣ, ਉਹਦੀਆਂ ਦਾਤਾਂ ਦਾ ਹਿਸਾਬ ਲਗਾਉਣ, ਉਹਦੀ ਰਚਨਾ ਦਾ ਹਿਸਾਬ ਲਗਾਉਣ, ਅੰਤ ਪਾਉਣ ਆਦਿਕ ਜੋ, ਕਿਉਂਕਿ ਇਹ ਸਾਡੇ ਸਿੰਪਲੀ ਵਸ ਦੀ ਬਾਤ ਹੀ ਨਹੀਂ ਹੈ। ਇਹ ਨਹੀਂ ਹੋ ਸਕਦਾ ਕਿ ਅਸੀਂ ਉਹਦਾ ਅੰਤ ਪਾ ਸਕੀਏ ਜਾਂ ਉਹਦੀ ਕੁਦਰਤ ਦਾ ਅੰਤ ਪਾ ਸਕੀਏ, ਉਹਦੀਆਂ ਦਾਤਾਂ ਦਾ ਅੰਤ ਪਾ ਸਕੀਏ, ਉਹਦੀ ਰਚਨਾ ਦਾ ਅੰਤ ਪਾ ਸਕੀਏ। ਸਾਡੇ ਵਾਸਤੇ ਤਾਂ ਬਸ ਇੰਨਾ ਹੀ ਹੈ ਕਿ ਅਸੀਂ ਉਹਦੇ ਗੁਣ ਗਾਈਏ, ਕਿਉਂਕਿ ਅਸੀਂ ਤਾਂ ਉਹਦੇ ਵੱਡੇਪਣ ਦਾ ਵੀ ਅੰਦਾਜ਼ਾ ਨਹੀਂ ਲਗਾ ਸਕਦੇ। ਤਾਂ ਸਾਡਾ ਕੰਮ ਤਾਂ ਬਸ ਇੰਨਾ ਹੀ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਨੂੰ ਵੱਡਾ ਕਹੀਏ, ਵੱਡਾ, ਹੋਰ ਵੱਡਾ ਕਹਿੰਦੇ ਜਾਈਏ, ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿੰਨਾ ਕੁ ਵੱਡਾ ਹੈ। ਸਾਡੇ ਵਿੱਚ ਇਹ ਵੀ ਸਮਰੱਥਾ ਨਹੀਂ। ਔਰ ਜਿਉਂ-ਜਿਉਂ ਅਸੀਂ ਉਹਨੂੰ ਵੱਡਾ ਕਹਿਣ ਲੱਗਦੇ ਹਾਂ, ਉਹ ਹੋਰ ਵੱਡਾ ਦਿਸਣਾ ਸ਼ੁਰੂ ਹੋ ਜਾਂਦਾ ਹੈ, ਹੋਰ ਵੱਡਾ ਦਿਸਦਾ ਹੈ, ਕਿਉਂਕਿ ਉਹ ਸਾਡੀ ਸਮਝ, ਸਾਡੀ ਸਮਰੱਥਾ ਤੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਤਾਂ ਸਤਿਗੁਰੂ ਅੰਤ ਵਿੱਚ ਪਿਛਲੀ ਪੌੜੀ ਦੇ ਕਹਿੰਦੇ ਹਨ ਕਿ ਜੀਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਨੀ ਦਾਤ। ਹਰ ਦਾਤ ਜਿਹੜੀ ਹੈ ਉਸ ਵੱਡੇ ਪ੍ਰਭੂ ਦੀ ਨਦਰ, ਕਿਰਪਾ, ਮਿਹਰ ਦੇ ਨਾਲ ਹੀ ਮਿਲਦੀ ਹੈ। ਉਸ ਪ੍ਰਭੂ ਦੀ ਮਿਹਰ ਨਾਲ ਜਿਹੜਾ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਕੁ ਵੱਡਾ ਹੈ। ਅਸੀਂ ਉਹਦਾ ਅੰਦਾਜ਼ਾ ਨਹੀਂ ਲਗਾ ਸਕਦੇ, ਸਿਰਫ ਉਹਨੂੰ ਹੀ ਪਤਾ ਹੈ ਕਿ ਉਹ ਕਿੱਡਾ ਕੁ ਵੱਡਾ ਹੈ। ਹੁਣ ਸਤਿਗੁਰੂ ਅੱਗੇ ਉਹਦੀਆਂ ਦਾਤਾਂ ਦੀ ਗੱਲ ਸਾਨੂੰ ਸਮਝਾਉਂਦੇ ਹਨ ਕਿ ਉਹਦੀਆਂ ਦਾਤਾਂ ਕਿਹੜੀਆਂ ਹਨ, ਦਾਤਾਂ ਲੈਣ ਵਾਲੇ ਸਾਡੇ ਲੋਕਾਂ ਦੀਆਂ ਕੀ ਅਵਸਥਾਵਾਂ ਹਨ, ਤੇ ਉਸ ਦੀ ਸਭ ਤੋਂ ਵੱਡੀ ਦਾਤ ਕਿਹੜੀ ਹੈ। ਹੁਣ ਤੱਕ ਤੇ ਸਤਿਗੁਰੂ ਸਾਨੂੰ ਇਹ ਸਮਝਾਉਂਦੇ ਆਏ ਹਨ ਕਿ ਅਸੀਂ ਉਹਦੇ ਗੁਣ ਗਾਉਣੇ ਹਨ, ਉਹਦੇ ਨਾਲ ਜੁੜਨਾ ਹੈ। ਹੁਣ ਸਤਿਗੁਰੂ ਦਾਤਾਂ ਦੀ ਗੱਲ ਸਮਝਾਉਂਦੇ ਹੋਏ ਦੋਵਾਂ ਵਿਸ਼ਿਆਂ ਦੇ ਵਿੱਚ ਸਾਨੂੰ ਹੋਰ ਕਲੈਰਿਟੀ ਬਖਸ਼ਦੇ ਹਨ। ਆਓ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਵਿਚਾਰ ਅਧੀਨ ਪੌੜੀ ਹੈ ਉਹਦਾ ਇੱਕ ਵਾਰੀ ਪਾਠ ਕਰ ਲਈਏ ਜੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੀਤੇ ਮੰਗੈ ਜੋ ਦੇ ਅਪਾਰ, ਕੀਤਿਆਂ ਗਣਤ ਨਹੀਂ ਵਿਚਾਰ। ਕੀਤੇ ਖਪ ਟੁਟੈ ਵੇਕਾਰ, ਕੀਤੇ ਲੈ ਲੈ ਮੁਕਰ ਪਾਹੇ। ਕੀਤੇ ਮੂਰਖ ਖਾਈ ਖਾਏ, ਕੀਤਿਆਂ ਦੁਖ ਭੂਖ ਸਦ ਮਾਰ। ਸਦ ਮਾਰ ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ। ਹੋਰ ਆਖ ਨਾ ਸਕੈ ਕੋਈ, ਜੇ ਕੋ ਖਾਏ ਕੱਖ ਨ ਪਾਏ। ਉਹ ਜਾਣੈ ਜੇਤੀਆਂ ਮੋਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇਵੇ ਕੇਈ ਕੇ,
ਜਿਸਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਤਿਗੁਰੂ ਜੀ ਫਰਮਾਉਂਦੇ ਹਨ, ਬਹੁਤਾ ਕਰਮ ਲਿਖਿਆ ਨਾ ਜਾਏ। ਕਰਮ ਸ਼ਬਦ ਫਾਰਸੀ ਦਾ ਹੈ, ਜਿਸ ਦਾ ਅਰਥ ਹੈ ਬਖਸ਼ਿਸ਼। ਇਸਲਾਮ ਵਿੱਚ ਵੀ ਖੁਦਾ ਨੂੰ, ਅੱਲਾ ਨੂੰ ਕਰੀਮ ਕਿਹਾ ਜਾਂਦਾ ਹੈ, ਔਰ ਉਹ ਕਰੀਮ ਸ਼ਬਦ ਕਰਮ ਤੋਂ ਹੀ ਨਿਕਲਿਆ ਹੈ ਕਿ ਉਹ ਜੋ ਕਰਮ ਕਰਨ ਵਾਲਾ ਹੋਵੇ, ਭਾਵ ਬਖਸ਼ਿਸ਼ ਕਰਨ ਵਾਲਾ ਹੋਵੇ। ਤਾਂ ਇੱਥੇ ਕਰਮ ਨਾਉਨ ਦੇ ਰੂਪ ਦੇ ਵਿੱਚ ਆਇਆ ਹੈ। ਬਹੁਤਾ ਕਰਮ, ਉਸ ਦੀਆਂ ਦਾਤਾਂ, ਉਹਦੀ ਬਖਸ਼ਿਸ਼ ਉਹ ਬਹੁਤ ਵੱਡੀ ਹੈ, ਔਰ ਉਹ ਬਹੁਤ ਦਾਤਾਂ ਦੇਣ ਵਾਲਾ। ਉਸ ਦੀ ਬਖਸ਼ਿਸ਼ ਕਿੰਨੀ ਕੁ ਵੱਡੀ ਹੈ, ਸਤਿਗੁਰੂ ਕਹਿੰਦੇ ਹਨ ਲਿਖਿਆ ਨਾ ਜਾਏ। ਇਹਨੂੰ ਲਿਖਣ ਵਿੱਚ ਨਹੀਂ ਲਿਆਂਦਾ ਜਾ ਸਕਦਾ। ਲਿਖਣ ਦਾ ਅਰਥ ਹੈ ਕਿ ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ, ਇਹਨੂੰ ਕਹਿ ਨਹੀਂ ਸਕਦੇ, ਇਹਨੂੰ ਦੱਸ ਨਹੀਂ ਸਕਦੇ। ਉਹਦੀ ਬਖਸ਼ਿਸ਼, ਉਹ ਦਾਤਾਂ ਦੇਣ ਵਾਲਾ ਏਡਾ ਵੱਡਾ ਹੈ ਕਿ ਉਹਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਉਹ ਸਾਡੇ ਬਿਆਨ ਤੋਂ ਬਾਹਰ ਹੈ। ਉਹਨੂੰ ਲਿਖ ਕੇ, ਕਹਿ ਕੇ, ਦੱਸ ਕੇ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਉਹਦੀ ਬਖਸ਼ਿਸ਼ ਕਿੱਡੀ ਕੁ ਵੱਡੀ। ਹੁਣ ਸਤਿਗੁਰੂ ਅੱਗੇ ਇਹਨੂੰ ਐਕਸਪਲੇਨ ਕਰਦੇ ਹਨ ਕਿ ਵੱਡਾ ਦਾਤਾ ਤਿਲ ਨਾ ਕਮਾਏ। ਉਹ ਵੱਡਾ ਦਾਤਾ ਹੈ। ਦਾਤਾ ਭਾਵ ਦਾਤਾਂ ਦੇਣ ਵਾਲਾ, ਉਹ ਬਹੁਤ ਵੱਡਾ ਦਾਤਾ ਹੈ। ਤਿਲ ਨਾ ਕਮਾਏ, ਤਿਲ ਦਾ ਭਾਵ ਹੈ ਤਿਲ ਮਾਤਰ ਵੀ। ਭਾਵ ਅਸੀਂ ਕਹਿ ਲਈਏ ਕਿ ਤਿਲ ਇੱਕ ਛੋਟਾ ਜਿਹਾ ਇੱਕ ਕੁਆਂਟਿਟੀ ਹੈ। ਅਸੀਂ ਆਮ ਦੂਜਾ ਲਫ਼ਜ਼ ਵਰਤ ਦਿੰਦੇ ਹਾਂ ਕਿ ਰੱਤੀ ਮਾਤਰ ਵੀ, ਤਿਲ ਮਾਤਰ ਵੀ। ਜਦੋਂ ਕੋਈ ਕਹਿਣਾ ਹੋਵੇ ਕਿ ਮੰਨ ਲਓ ਕਿ ਕੋਈ ਚੀਜ਼ ਹੈ ਹੀ ਨਹੀਂ, ਜਾਂ ਇੰਨੀ ਨਿਗੂਣੀ ਹੈ ਕਿ ਕਿਸੇ ਗਿਣਤੀ 'ਚ ਨਹੀਂ ਆਉਂਦੀ, ਭਾਵ ਉਹਦੀ ਅਣਹੋਂਦ ਹੀ ਹੈ। ਤਿਲ ਨਾ ਤਮਾਏ। ਤਮਾ ਅਸੀਂ ਕਹਿੰਦੇ ਹਾਂ ਲਾਲਚ ਨੂੰ, ਤ੍ਰਿਸ਼ਨਾ ਨੂੰ। ਸਤਿਗੁਰੂ ਕਹਿੰਦੇ ਹਨ ਕਿ ਉਹ ਬਹੁਤ ਵੱਡਾ ਦਾਤਾ ਹੈ, ਬੜੀਆਂ ਦਾਤਾਂ ਦੇਣ ਵਾਲਾ ਹੈ, ਔਰ ਉਹਦੇ ਅੰਦਰ ਰੱਤੀ ਮਾਤਰ ਵੀ ਲਾਲਚ, ਤ੍ਰਿਸ਼ਨਾ ਮੌਜੂਦ ਨਹੀਂ। ਜਦੋਂ ਕੋਈ ਦਾਤਾਂ ਦੇਣ ਵਾਲਾ ਦਾਤਾਰ ਹੁੰਦਾ ਹੈ ਤੇ ਉਹਦੇ ਰਾਹ ਵਿੱਚ ਰੁਕਾਵਟ ਕੀ ਹੁੰਦੀ ਹੈ ਦਾਤਾਂ ਦੇਣ ਦੇ ਵਿੱਚ? ਪਹਿਲੀ ਗੱਲ ਤਾਂ ਇਹ ਕਿ ਉਹਦੀ ਸਮਰੱਥਾ ਕਿੰਨੀ ਕੁ ਹੈ, ਉਹਦੇ ਕੋਲ ਦਾਤਾਂ ਹੈ ਕਿੰਨੀਆਂ ਕੁ ਹਨ, ਉਹਦੀ ਆਪਣੀ ਸਮਰੱਥਾ ਦੇਣ ਜੋਗੀ ਕਿੰਨੀ ਹੈ। ਉਹ ਤੇ ਅਕਾਲ ਪੁਰਖ ਦੇ ਵਿੱਚ ਕੋਲ ਤਾਂ ਸਮਰੱਥਾ ਤਾਂ ਵੈਸੇ ਹੀ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਉਸ ਹਰ ਚੀਜ਼ ਦਾ ਬਣਾਉਣ ਵਾਲਾ ਹੈ, ਮਾਲਕ ਹੈ। ਉਹਦੇ ਕੋਲ ਦਾਤਾਂ ਦਾ ਭੰਡਾਰਾ ਐਡਾ ਹੈ ਕਿ ਜਿਹਦੇ 'ਚ ਕੋਈ ਟੋਟ ਹੀ ਨਹੀਂ ਆਉਂਦੀ। ਤੇ ਇੱਥੇ ਸਤਿਗੁਰੂ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਬਹੁਤ ਵੱਡਾ ਦਾਤਾ ਹੈ। ਉਹਦੇ ਘਰ ਦੇ ਵਿੱਚ ਸਭ ਕੁਝ ਹੈ, ਉਹਦੇ ਖਜ਼ਾਨੇ ਭਰਪੂਰ ਹਨ। ਤੇ ਦੇਣ ਲੱਗਿਆ ਉਹਦੇ ਰਸਤੇ 'ਚ ਰੁਕਾਵਟ ਦੇਣ ਵਾਲੇ ਦੇ ਇੱਕੋ ਹੀ ਹੁੰਦੀ ਹੈ ਕਿ ਉਹ ਦੇਣ ਲੱਗਿਆ ਉਹਦਾ ਦਿਲ ਛੋਟਾ ਹੋ ਜਾਂਦਾ ਹੈ, ਉਹਦੇ ਅੰਦਰ ਤ੍ਰਿਸ਼ਨਾ ਹੋ ਜਾਂਦੀ ਹੈ, ਜਾਂ ਲਾਲਚ ਹੋ ਜਾਂਦਾ ਹੈ ਕਿ ਮੈਂ ਇਹ ਚੀਜ਼ ਰੱਖ ਲਵਾਂ ਤੇ ਇਹ ਨਾ ਦਿਆਂ। ਸਾਡੀ ਅਵਸਥਾ ਤਾਂ ਇਸ ਤਰ੍ਹਾਂ ਹੀ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਉਹ ਦੇਣ ਲੱਗਿਆ, ਦਾਤਾਂ ਦੇਣ ਲੱਗਿਆ, ਉਹਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਹੈ, ਕਿਉਂਕਿ ਉਹਦੇ ਅੰਦਰ ਤ੍ਰਿਸ਼ਨਾ ਦੀ ਵੀ ਅਣਹੋਂਦ ਹੈ। ਖਜ਼ਾਨੇ ਉਹਦੇ ਭਰਪੂਰ ਹਨ, ਤ੍ਰਿਸ਼ਨਾ ਉਹਦੇ ਅੰਦਰ ਹੈ ਨਹੀਂ, ਤੇ ਕੋਈ ਰੁਕਾਵਟ ਨਹੀਂ ਹੈ। ਇਸੇ ਕਰਕੇ ਹੀ ਉਹਦੀਆਂ ਦਾਤਾਂ ਐਡੀਆਂ ਵੱਡੀਆਂ ਹਨ, ਉਹਦੀ ਬਖਸ਼ਿਸ਼ ਐਡੀ ਵੱਡੀ ਹੈ ਕਿ ਅਸੀਂ ਉਹ ਬਿਆਨ ਨਹੀਂ ਕਰ ਸਕਦੇ, ਕਿਉਂਕਿ ਹਰ ਚੀਜ਼ ਅਨਲਿਮਿਟਿਡ ਹੈ। ਉਹਦਾ ਖਜ਼ਾਨਾ ਵੀ ਅਨਲਿਮਿਟਿਡ ਹੈ, ਉਹਦੀ ਦੇਣ ਦੀ ਸਮਰੱਥਾ ਵੀ ਬੜੀ ਵੱਡੀ ਹੈ, ਔਰ ਉਹਦੇ 'ਚ ਕੋਈ ਰੁਕਾਵਟ ਵੀ ਨਹੀਂ ਹੈ। ਤੇ ਸਾਰਿਆਂ ਨੂੰ ਦਾਤਾਂ ਉਹੀ ਦੇ ਰਿਹਾ। ਇਸੇ ਕਰਕੇ ਉਹਦੇ ਲਈ ਵੱਡਾ ਦਾਤਾ ਸਤਿਗੁਰੂ ਜੀ ਨੇ ਸ਼ਬਦ ਵਰਤੇ। ਹੁਣ ਅੱਗੇ ਸਤਿਗੁਰੂ ਜੀ ਇੱਕ ਬੜੀ ਇੰਪੋਰਟੈਂਟ ਗੱਲ ਸਾਨੂੰ ਸਮਝਾਉਂਦੇ ਹਨ ਕਿ ਕੇਤੇ ਮੰਗੈ ਜੋਧ ਅਪਾਰ। ਜੋਧ ਅਪਾਰ ਦਾ ਭਾਵ ਹੈ, ਜੋਧ ਸ਼ਬਦ ਦਾ ਅਰਥ ਹੈ ਜੋਧੇ, ਸੂਰਬੀਰ, ਸੂਰਮੇ। ਅਪਾਰ ਦਾ ਮਤਲਬ ਹੈ ਅਣਗਿਣਤ। ਤੇ ਕੇਤੇ ਦਾ ਵੀ ਅਰਥ ਇਹੀ ਹੈ ਕਿ ਅਣਗਿਣਤ, ਬੇਅੰਤ। ਮੰਗੈ ਦਾ ਭਾਵ ਮੰਗਦੇ ਹਨ। ਅਣਗਿਣਤ ਸੂਰਮੇ ਉਹਦੇ ਦਰ ਤੇ ਮੰਗਦੇ ਹਨ, ਉਹਦੇ ਕੋਲੋਂ ਮੰਗ ਰਹੇ ਹਨ। ਸਤਿਗੁਰਾਂ ਨੇ ਇੱਥੇ ਜੋਧ ਸ਼ਬਦ ਜੋ ਹੈ
ਉਹ ਵਿਸ਼ੇਸ਼ ਕਰਕੇ ਵਰਤਿਆ ਹੈ। ਕਹਿੰਦੇ ਹਨ ਕੇਤਿਆਂ ਗਣਤ ਨਹੀਂ ਵਿਚਾਰ। ਅਨੇਕਾਂ ਹੀ ਐਸੇ ਮੰਗਣ ਵਾਲੇ ਹਨ ਜਿਵੇਂ ਕਿ ਸੂਰਮੇ ਹਨ, ਜਿਨ੍ਹਾਂ ਦੀ ਗਿਣਤੀ ਬਾਰੇ ਵੀ ਅਸੀਂ ਵਿਚਾਰ ਨਹੀਂ ਕਰ ਸਕਦੇ, ਅੰਦਾਜ਼ਾ ਵੀ ਨਹੀਂ ਲਾ ਸਕਦੇ, ਕੋਈ ਗਿਣਤੀ ਨਹੀਂ ਕਰ ਸਕਦੇ। ਹੁਣ ਇੱਥੇ ਸੂਰਮਿਆਂ ਦਾ, ਯੋਧਿਆਂ ਦਾ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਜ਼ਿਕਰ ਕਰ ਰਹੇ ਹਨ, ਕਿਉਂਕਿ ਸੂਰਮੇ ਹੀ ਰਾਜੇ ਬਣਦੇ ਹਨ, ਰਾਜੇ ਹੀ ਖਜ਼ਾਨਿਆਂ ਦੇ ਮਾਲਕ ਬਣਦੇ ਹਨ, ਤੇ ਰਾਜੇ ਬਣ ਕੇ ਹੀ ਵੱਡੇ ਵੱਡੇ ਦਾਨੀ ਅਖਵਾਉਂਦੇ ਹਨ। ਤੇ ਇਸੇ ਕਰਕੇ ਹੀ ਉਹਨਾਂ ਨੂੰ ਵੱਡੇ ਦੈਵੀ ਗੁਣਾਂ ਵਾਲੇ ਵੀ ਮੰਨ ਲਿਆ ਜਾਂਦਾ ਹੈ, ਅਵਤਾਰ ਵੀ ਮੰਨ ਲਿਆ ਜਾਂਦਾ ਹੈ, ਰੱਬ ਦਾ ਰੂਪ, ਰੱਬ ਦਾ ਪਰਛਾਵਾਂ ਮੰਨ ਲਿਆ ਜਾਂਦਾ ਹੈ। ਔਰ ਉਹ ਦਾਨੀ ਹੋਣ ਦਾ ਉਹਨਾਂ ਦਾ ਜਿਹੜਾ ਗੁਣ ਹੈ, ਉਹ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਔਰ ਜਿਹੜੇ ਗੁਣ ਆਮ ਤੌਰ ਤੇ ਰਾਜਿਆਂ ਨਾਲ, ਅਵਤਾਰਾਂ ਨਾਲ, ਵੱਡੇ ਵੱਡੇ ਮਹਾਨ ਵਿਅਕਤੀਆਂ ਨਾਲ ਸੰਬੰਧਿਤ ਕੀਤੇ ਜਾਂਦੇ ਹਨ, ਉਹਨਾਂ ਵਿੱਚੋਂ ਉਹਨਾਂ ਦੇ ਦਾਨੀ ਹੋਣ ਦਾ ਗੁਣ ਜਿਹੜਾ ਹੈ, ਉਹ ਇੱਕ ਬੜਾ ਵਿਸ਼ੇਸ਼ ਮੰਨਿਆ ਜਾਂਦਾ ਹੈ। ਅੱਜ ਆਪਾਂ ਦੁਨੀਆ ਦੇ ਵਿੱਚ ਜਾਈਏ, ਵੱਡੇ ਵੱਡੇ ਮੰਦਰ, ਹੋਰ ਧਾਰਮਿਕ ਸਥਾਨ, ਇਹ ਸਭ ਰਾਜਿਆਂ ਮਹਾਰਾਜਿਆਂ ਦੇ ਹੀ ਬਣਵਾਏ ਸਾਨੂੰ ਹੱਥਾਂ ਤੇ ਮਿਲਦੇ ਹਨ। ਪੁਰਾਣੇ ਜ਼ਮਾਨੇ ਦੇ ਜਿੰਨੇ ਵੀ ਮੌਜੂਦ ਹਨ, ਉਹ ਰਾਜਿਆਂ ਦੇ, ਅਵਤਾਰਾਂ ਦੇ, ਉਹਨਾਂ ਨਾਲ ਹੀ ਸੰਬੰਧਿਤ ਸਥਾਨ ਗਿਣਦੇ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜਿੰਨੇ ਵੀ ਯੋਧੇ ਹਨ, ਇਹ ਸਭ ਤੋਂ ਵੱਡੇ ਦਾਨੀ ਅਖਵਾ ਲੈਂਦੇ ਹਨ, ਅਵਤਾਰ ਅਖਵਾ ਲੈਂਦੇ ਹਨ, ਪਰ ਅਸਲ ਦੇ ਵਿੱਚ ਇਹ ਸਾਰੇ ਉਸਦੇ ਦਰ ਤੇ ਮੰਗਤੇ ਹਨ। ਦਾਤਾ ਸਾਡੇ ਵਾਸਤੇ ਕੇਵਲ ਇੱਕੋ ਹੀ ਹੈ। ਕੋਈ ਭਾਵੇਂ ਦੁਨੀਆ ਦੀ ਨਜ਼ਰਾਂ ਦੇ ਵਿੱਚ ਕਿੱਡਾ ਵੱਡਾ ਦਾਤਾ ਵੀ ਕਿਉਂ ਨਾ ਹੋਵੇ, ਉਹ ਅਸਲ ਦੇ ਵਿੱਚ ਮੰਗਤਾ ਹੀ ਹੈ। ਉਹਦੇ ਦਰ ਦੇ ਅੱਗੇ ਮੰਗਤਾ ਹੈ। ਉਹ ਏਡਾ ਵੱਡਾ ਦਾਤਾ ਜਿਹਦਾ ਅਸੀਂ ਬਿਆਨ ਨਹੀਂ ਕਰ ਸਕਦੇ, ਉਹਦੀ ਬਖਸ਼ਿਸ਼ ਦਾ ਬਿਆਨ ਨਹੀਂ ਕਰ ਸਕਦੇ, ਜਿਹੜਾ ਸਭ ਤੋਂ ਵੱਡਾ ਦਾਤਾ ਹੈ। ਔਰ ਅਜਿਹੇ ਯੋਧੇ ਮੰਗੈ ਜੋਧ ਅਪਾਰ। ਜੋਧ ਅਪਾਰ ਭਾਵ ਹੈ ਕਿ ਅਣਗਿਣਤ ਸੂਰਮੇ, ਤੇ ਕੇਤੇ ਭਾਵ ਕਈ ਬੇਅੰਤ ਸੂਰਮੇ, ਮੰਗੈ ਭਾਵ ਮੰਗਦੇ। ਅਣਗਿਣਤ ਸੂਰਮੇ ਭਾਵ ਯੋਧੇ ਉਸ ਅਕਾਲ ਪੁਰਖ ਦੇ ਦਰ ਤੇ ਮੰਗ ਰਹੇ ਹਨ। ਕੇਤਿਆਂ ਗਣਤ ਨਹੀਂ ਵਿਚਾਰ। ਅਨੇਕਾਂ ਹੀ ਐਸੇ ਸੂਰਮੇ ਉਸ ਦੇ ਦਰ ਤੇ ਮੰਗਣ ਵਾਲੇ ਹਨ। ਸੂਰਮੇ ਆਦਿਕ ਜਿਹੜੇ ਉਹਦੇ ਦਰ ਤੇ ਮੰਗਦੇ ਹਨ, ਜਿਨ੍ਹਾਂ ਦੀ ਗਿਣਤੀ ਦਾ ਅਸੀਂ ਵਿਚਾਰ ਨਹੀਂ ਕਰ ਸਕਦੇ, ਗਿਣਤੀ ਦਾ ਵਿਚਾਰ ਹੋ ਹੀ ਨਹੀਂ ਸਕਦਾ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਉਹਨਾਂ ਦੇ ਬਾਰੇ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਨੇਕਾਂ ਯੋਧੇ ਉਸ ਦੇ ਦਰ ਤੇ ਮੰਗ ਰਹੇ ਹਨ, ਔਰ ਅਸੀਂ ਕਿੰਨੇ ਕੁ ਮੰਗ ਰਹੇ ਹਨ ਯੋਧੇ ਉਸ ਦੇ ਦਰ ਤੇ, ਉਹਨਾਂ ਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਗਿਣਤੀ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਇੱਥੇ ਯੋਧਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ, ਕਿਉਂਕਿ ਯੋਧੇ ਹੀ, ਸੂਰਮੇ ਹੀ ਜਿੱਤਾਂ ਪ੍ਰਾਪਤ ਕਰਦੇ ਹਨ, ਰਾਜੇ ਬਣਦੇ ਹਨ, ਖਜ਼ਾਨਿਆਂ ਦੇ ਮਾਲਕ ਬਣ ਜਾਂਦੇ ਹਨ, ਤੇ ਫਿਰ ਖਜ਼ਾਨਿਆਂ ਦੇ ਵਿੱਚੋਂ ਦਾਤਾਂ ਵੰਡ ਵੰਡ ਕੇ ਵੱਡੇ ਦਾਤੇ ਅਖਵਾਉਂਦੇ। ਫਿਰ ਉਹਨਾਂ ਨੂੰ, ਰਾਜਿਆਂ ਨੂੰ ਰੱਬ ਦੇ, ਕਈਆਂ ਨੂੰ ਅਵਤਾਰ ਮੰਨ ਲਿਆ ਜਾਂਦਾ ਹੈ, ਕਈਆਂ ਨੂੰ ਰੱਬ ਦਾ ਪਰਛਾਵਾਂ ਮੰਨ ਲਿਆ ਜਾਂਦਾ ਹੈ, ਅਤੇ ਇਹਨਾਂ ਦੇ ਦਾਨੀ ਹੋਣ ਦਾ ਜਿਹੜਾ ਗੁਣ ਹੈ, ਉਹ ਵਿਸ਼ੇਸ਼ ਮਹੱਤਵ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਰੱਖਦਾ ਹੈ। ਔਰ ਇਹੀ ਉਹ ਗੁਣ ਹਨ ਜਿਹਦੇ ਕਰਕੇ ਉਹ ਵੱਡੇ ਗਿਣੇ ਜਾਂਦੇ ਹਨ। ਤਾਂ ਇਉਂ ਯੋਧਿਆਂ ਤੋਂ ਜਦੋਂ ਸਤਿਗੁਰੂ ਗੱਲ ਕਰ ਰਹੇ ਹਨ, ਯੋਧਿਆਂ ਦਾ ਭਾਵ ਇਹ ਹੈ ਕਿ ਉਹ ਯੋਧੇ ਜੋ ਅਕਾਲ ਪੁਰਖ ਤੋਂ ਦਾਤਾ ਪ੍ਰਾਪਤ ਕਰਦੇ ਹਨ, ਉਹਦੇ ਦਰ ਦੇ ਮੰਗਤੇ ਹਨ, ਪਰ ਦੁਨੀਆ ਦੇ ਵਿੱਚ ਦਾਤਾ ਪ੍ਰਾਪਤ ਕਰਕੇ ਵੱਡੇ ਆਦਮੀ ਬਣ ਕੇ, ਬਾਦਸ਼ਾਹ ਬਣ ਕੇ, ਦਾਤਾ ਦੇ ਕੇ ਦਾਨੀ ਵੀ ਅਖਵਾਉਂਦੇ ਹਨ, ਤੇ ਇਹਨਾਂ ਦੀ ਗਿਣਤੀ ਦਾ ਵੀ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਇੰਨੇ ਜ਼ਿਆਦਾ ਹਨ। ਤਾਂ ਸਤਿਗੁਰੂ ਅੱਗੇ ਕਹਿੰਦੇ ਹਨ ਕਿ ਕੇਤੇ ਖੱਪ ਟੁੱਟੇ ਹੋਏ ਕਾਰ। ਖੱਪ ਟੁੱਟੇ ਦਾ ਅਰਥ ਹੈ ਕਿ ਖੱਪ ਖੱਪ ਕੇ ਨਾਸ਼ ਹੋ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਵਿਕਾਰ ਦਾ ਭਾਵ ਹੈ ਵਿਕਾਰਾਂ ਦੇ ਵਿੱਚ। ਅਨੇਕਾਂ ਉਹਦੇ ਕੋਲੋਂ ਦਾਤਾਂ ਪ੍ਰਾਪਤ ਕਰਨ ਵਾਲੇ ਐਸੇ ਹਨ, ਜਿਹੜੇ ਦਾਤਾਂ ਨੂੰ ਲੈ ਤਾਂ ਲੈਂਦੇ ਹਨ, ਉਹਨਾਂ ਨੂੰ ਵਰਤਦੇ ਹਨ, ਪਰ ਵਰਤਦੇ ਕਿਸ ਕੰਮ ਲਈ ਹਨ? ਉਹ ਵਿਕਾਰਾਂ ਦੇ ਵਿੱਚ ਗਰਤਾਨ ਹੋਣ ਲਈ ਵਰਤ ਲੈਂਦੇ ਹਨ। ਨਤੀਜਾ ਕੀ ਹੁੰਦਾ ਹੈ?
ਕਿ ਉਹ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ, ਵਿਕਾਰਾਂ ਨੂੰ ਮਾਣ ਕੇ, ਭੋਗ ਕੇ ਉਹਨਾਂ ਦੇ ਜੀਵਨ ਦਾ ਨਾਸ਼ ਹੋ ਜਾਂਦਾ ਹੈ, ਮਾੜੇ ਕੰਮ ਕਰਦੇ ਹਨ। ਉਹਨਾਂ ਨੂੰ ਕਦੇ ਇਹ ਹੋਸ਼ ਨਹੀਂ ਆਉਂਦੀ ਜਿਉਂਦੇ ਜੀ ਕਿ ਬਈ ਇਹ ਵਸਤਾਂ ਜੋ ਅਕਾਲ ਪੁਰਖ ਨੇ ਸਾਨੂੰ ਦਿੱਤੀਆਂ ਹਨ, ਜੋ ਦਾਤਾਂ ਦਿੱਤੀਆਂ ਹਨ, ਇਹਨਾਂ ਦੀ ਅਸਲ ਸਹੀ ਵਰਤੋਂ ਕੀ ਹੋਣੀ ਚਾਹੀਦੀ ਸੀ ਤੇ ਉਹ ਕੀ ਕਰ ਰਹੇ ਨੇ। ਇਹਨਾਂ ਦੇ ਵਿੱਚ ਹੀ ਗਲਤਾਨ ਹੋ ਕੇ, ਉਹਨਾਂ ਦਾਤਾਂ ਨੂੰ ਵਰਤ ਕੇ, ਉਹਦੇ ਵਿੱਚ ਹੀ ਖੱਪ ਕੇ ਉਹ ਆਪਣਾ ਜੀਵਨ ਵਿਕਾਰ ਕਰਕੇ ਟੁੱਟਾ ਭਾਵ ਨਾਸ਼ ਹੋ ਜਾਂਦਾ ਹੈ। ਉਹਨਾਂ ਦਾ ਸਾਰਾ ਜੀਵਨ ਇਉਂ ਹੀ ਲੰਘ ਜਾਂਦਾ ਹੈ, ਬੇਕਾਰ ਹੀ ਲੰਘ ਜਾਂਦਾ ਹੈ, ਵਿਕਾਰਾਂ ਦੇ ਵਿੱਚ ਫਸਿਆ ਹੋਇਆ। ਤੇ ਅਗਲੀ ਕੈਟੇਗਰੀ ਸਤਿਗੁਰੂ ਕਹਿ ਰਹੇ ਹਨ, ਕੇਤੇ ਲੈ ਲੈ ਮੁਕਰ ਪਾਏ। ਅਨੇਕਾਂ ਜੀਵ ਐਸੇ ਹਨ ਜਿਹੜੀਆਂ ਅਕਾਲ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ, ਸਾਰੇ ਪਦਾਰਥਾਂ ਨੂੰ ਪ੍ਰਾਪਤ ਤਾਂ ਕਰ ਲੈਂਦੇ ਹਨ, ਪਰ ਉਹ ਇਹ ਨਹੀਂ ਮੰਨਦੇ ਕਿ ਇਹ ਸਾਨੂੰ ਅਕਾਲ ਪੁਰਖ ਦਾ ਦਿੱਤਾ ਹੋਇਆ। ਉਹ ਜਾਂ ਤਾਂ ਇਹਨਾਂ ਚੀਜ਼ਾਂ ਨੂੰ ਆਪਣੀ ਪ੍ਰਾਪਤੀਆਂ ਮੰਨ ਲੈਂਦੇ ਹਨ, ਜਾਂ ਪ੍ਰਮਾਤਮਾ ਦੀ, ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੇ ਹਨ। ਭਾਵ ਅਜਿਹੇ ਨਾ ਸ਼ੁਕਰੇ ਜੀਵ ਵੀ ਕਿਤੇ ਅਣਗਿਣਤ ਹਨ, ਜਿਹੜੇ ਦਾਤਾਂ ਲੈਂਦੇ ਤਾਂ ਹਨ ਪਰ ਲੈ ਕੇ ਮੁੱਕਰ ਜਾਂਦੇ ਹਨ, ਮੁਨਕਰ ਹੋ ਜਾਂਦੇ ਹਨ, ਔਰ ਉਸ ਅਕਾਲ ਪੁਰਖ ਦੇ, ਉਹਦੇ ਦਤਾਰ ਦੇ ਸੁਭਾਅ ਨੂੰ ਵੀ ਉਹ ਨਹੀਂ ਮੰਨਦੇ, ਉਹਦੇ ਤੋਂ ਵੀ ਮੁਨਕਰ ਰਹਿੰਦੇ ਹਨ। ਉਹ ਇਹੀ ਸਮਝਦੇ ਹਨ ਕਿ ਇਹ ਜੋ ਮੈਨੂੰ ਮਿਲਿਆ ਹੈ, ਇਹ ਮੇਰੇ ਗੁਣਾਂ ਕਰਕੇ ਮਿਲਿਆ ਹੈ, ਮੇਰੇ ਬਲ ਕਰਕੇ ਮਿਲਿਆ ਹੈ। ਪਰ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਜਿਹੜੇ ਗੁਣਾਂ ਕਰਕੇ ਵੀ ਉਹ ਸਮਝ ਰਹੇ ਨੇ ਕਿ ਮੈਨੂੰ ਮਿਲਿਆ, ਉਹ ਗੁਣਾਂ ਦਾ ਵੀ ਦਾਤਾ ਕੌਣ ਹੈ? ਉਹ ਵੀ ਤਾਂ ਅਕਾਲ ਪੁਰਖ ਹੀ ਹੈ। ਭਾਵ ਅਜਿਹੇ ਨਾ ਸ਼ੁਕਰੇ ਲੋਕ ਜਿਹੜੇ ਅਕਾਲ ਪੁਰਖ ਦੀਆਂ ਦਾਤਾਂ ਤੋਂ ਮੁਨਕਰ ਹੋ ਜਾਂਦੇ ਹਨ, ਉਹ ਵੀ ਅਣਗਿਣਤ ਹਨ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਤੇ ਮੂਰਖ ਖਾਈ ਖਾਏ। ਖਾਈ ਦਾ ਭਾਵ ਹੈ ਖਾਈ ਹੀ ਜਾਂਦੇ ਹਨ, ਖਾਈ ਜਾਂਦੇ ਹਨ, ਖਾਈ ਜਾ ਰਹੇ ਹਨ। ਅਨੇਕਾਂ ਲੋਕ ਐਸੇ ਹਨ ਜਿਹੜੇ ਮੂਰਖ ਹਨ। ਮੂਰਖ ਦਾ ਭਾਵ ਹੈ ਕਿ ਉਹ ਜੋ ਬੁੱਧੀਹੀਨ ਹੋ, ਜਿਨ੍ਹਾਂ ਨੂੰ ਇਹ ਸਮਝ ਹੀ ਨਾ ਹੋਵੇ ਕਿ ਮੈਂ ਜੋ ਕਰ ਰਿਹਾ ਹਾਂ ਇਹ ਕੀ ਹੈ, ਕਿੱਥੋਂ ਆਇਆ ਹੈ। ਭਾਵ ਉਹ ਆਪਣੀ ਬੁੱਧੀ ਤੋਂ ਕੰਮ ਨਹੀਂ ਲੈਂਦੇ। ਬਸ ਉਹ ਤਾਂ ਇਹੀ ਦੇਖਦੇ ਹਨ ਕਿ ਮੈਨੂੰ ਮਿਲ ਗਿਆ ਹੈ, ਇਹ ਦਾਤ ਮਿਲ ਗਈ ਹੈ, ਮੈਂ ਇਹਨੂੰ ਖਾਈ ਜਾਵਾਂ, ਇਹਨੂੰ ਭੋਗੀ ਜਾਵਾਂ, ਇਹਨੂੰ ਮਾਣੀ ਜਾਵਾਂ। ਪਰ ਉਹ ਇਹ ਨਹੀਂ ਸੋਚਦੇ ਕਿ ਇਹਨੂੰ ਦੇਣ ਵਾਲੇ ਦੇ ਵੱਲ ਮੇਰਾ ਕੀ ਫਰਜ਼ ਹੈ। ਇਸੇ ਕਰਕੇ ਹੀ ਉਹਨਾਂ ਨੂੰ ਮੂਰਖ ਕਿਹਾ ਗਿਆ ਹੈ, ਬੁੱਧੀਹੀਨ ਕਿਹਾ ਗਿਆ ਹੈ, ਕਿਉਂਕਿ ਉਹ ਦਾਤ ਤੋਂ ਅੱਗੇ ਸੋਚਦੇ ਹੀ ਨਹੀਂ ਹਨ। ਮੂਰਖ ਹੈ ਹੀ ਉਹ ਜਿਹਨੂੰ ਦਾਤ ਤਾਂ ਚੰਗੀ ਹੈ, ਪਰ ਇਹ ਸੋਚਦਾ ਹੀ ਨਹੀਂ ਕਿ ਮੈਨੂੰ ਦੇਣ ਵਾਲਾ ਦਾਤਾਰ ਕੌਣ ਹੈ, ਉਧਰ ਵੱਲ ਧਿਆਨ ਹੀ ਨਹੀਂ ਜਾਂਦਾ। ਅਜਿਹੇ ਮੂਰਖ ਵੀ ਅਣਗਿਣਤ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੱਗੇ ਸਤਿਗੁਰੂ ਕਹਿੰਦੇ ਹਨ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੇਦਾ ਤੇਰੀ ਦਾਤਾਰ। ਸਤਿਗੁਰੂ ਜੀ ਕਹਿੰਦੇ ਹਨ, ਅਨੇਕਾਂ ਅਣਗਿਣਤ ਜੀਵ ਐਸੇ ਹਨ ਜਿਨ੍ਹਾਂ ਦੀ ਕੀ ਅਵਸਥਾ ਹੈ, ਦੁੱਖ ਭਾਵ ਉਹਨਾਂ ਨੂੰ ਦੁੱਖ ਤੇ ਕਲੇਸ਼ ਉਹਨਾਂ ਨੂੰ ਚਮੜੇ ਹੋਏ ਹਨ। ਭੂਖ ਭਾਵ ਉਹਨਾਂ ਨੂੰ ਭੁੱਖ ਲੱਗੀ ਹੀ ਹੋਈ ਹੈ, ਸਦ ਹਮੇਸ਼ਾ ਹੀ ਉਹਨਾਂ ਦੀ ਭੁੱਖ ਹੈ, ਖਾਣ ਨੂੰ ਮਿਲਦਾ ਤੱਕ ਨਹੀਂ ਉਹਨਾਂ ਨੂੰ। ਸਦ ਮਾਰ, ਉਹਨਾਂ ਨੂੰ ਸਦਾ ਹੀ ਮਾਰ, ਕਲੇਸ਼, ਦੁੱਖ, ਭੁੱਖ, ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਲੰਘਦੀ ਹੈ। ਉਹਨਾਂ ਦੀ ਜ਼ਿੰਦਗੀ ਦਾ ਇੱਕ ਨਕਸ਼ਾ ਹੀ ਇਹਦੇ 'ਚ ਖਿੱਚ ਦਿੱਤਾ ਵੀ ਜਿਨ੍ਹਾਂ ਵਿਚਾਰਿਆਂ ਨੂੰ ਕੁਝ ਵੀ ਨਹੀਂ ਮਿਲਦਾ, ਉਹਨਾਂ ਨੂੰ ਕਿਸੇ ਕਿਸਮ ਦਾ ਵੀ ਸੁੱਖ ਨਹੀਂ ਮਿਲਦਾ। ਉਹਨਾਂ ਨੂੰ ਹਰ ਵਕਤ ਧੱਕੇ ਪੈਂਦੇ ਹਨ, ਦੁੱਖ ਲੱਗੇ ਹੋਏ ਹਨ, ਭੁੱਖ ਹੈ, ਕਦੀ ਪੇਟ ਭਰ ਕੇ ਖਾਣਾ ਨਹੀਂ ਮਿਲਦਾ, ਜਾਂ ਲੋੜਾਂ ਉਹਨਾਂ ਦੀਆਂ ਪੂਰੀਆਂ ਹੀ ਨਹੀਂ ਹੁੰਦੀਆਂ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਵੀ ਦਾਤ ਤੇਰੀ ਦਾਤਾ। ਪਰ ਹੇ ਦਾਤਾਰ ਪ੍ਰਭੂ, ਹੇ ਸੱਚੇ ਪ੍ਰਭੂ, ਹੇ ਦੇਣਹਾਰ ਪ੍ਰਭੂ, ਇਹ ਵੀ ਤੇਰੀ ਬਖਸ਼ਿਸ਼ ਹੀ ਹੈ। ਦਾਤਾਰ ਭਾਵ ਜਿਹੜਾ ਦੇਣ ਵਾਲਾ ਅਕਾਲ ਪੁਰਖ ਹੈ, ਤੇ ਦਾਤ ਦਾ ਭਾਵ ਹੈ ਬਖਸ਼ਿਸ਼। ਇਹ ਵੀ ਤੇਰੀ ਬਖਸ਼ਿਸ਼ ਹੀ ਹੈ। ਤਾਂ ਇਹ ਬਖਸ਼ਿਸ਼ ਕਿਵੇਂ ਹੋਈ? ਇਸ ਤੋਂ ਪਹਿਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਕਿਹਾ ਹੈ ਕਿ ਅਨੇਕਾਂ ਐਸੇ ਹਨ ਜਿਹੜੇ ਦੁੱਖ ਭੁੱਖ ਦੇ ਵਿੱਚ, ਸਦ ਮਾਰ ਦੇ ਵਿੱਚ, ਭਾਵ ਉਹਨਾਂ ਨੂੰ ਕਿਤੇ ਚੈਨ ਨਹੀਂ ਹੈ, ਮਾਰ ਹੀ ਮਾਰ ਪੈਂਦੀ ਜਾ ਰਹੀ ਹੈ। ਤਾਂ ਉਹ
ਉਹਨਾਂ ਦੀ ਅਵਸਥਾ ਨੂੰ ਵੀ ਸਤਿਗੁਰੂ ਕਹਿ ਰਹੇ ਹਨ ਕਿ ਇਹ ਵੀ ਦਾਤ ਤੇਰੀ ਦਾਤ ਹੈ, ਇਹ ਵੀ ਤੇਰੀ ਦਾਤ ਹੀ ਹੈ। ਕਿਉਂਕਿ ਸਤਿਗੁਰੂ ਜੀ ਦੀ ਅਗਰ ਬਾਣੀ ਦੇ ਵਿਚਾਰਾਂ ਨੂੰ ਅਸੀਂ ਪੜ੍ਹੀਏ ਤੇ ਦੁੱਖ ਤੇ ਭੁੱਖ ਨੂੰ ਵੀ ਸਤਿਗੁਰਾਂ ਨੇ ਕਿਹਾ ਹੈ ਕਿ ਕਈ ਹਾਲਾਤਾਂ ਦੇ ਵਿੱਚ ਇਹ ਦੁੱਖ ਜਿਹੜਾ ਹੈ ਇਹ ਵੀ ਦਾਰੂ ਹੈ ਤੇ ਸੁੱਖ ਜਿਹੜਾ ਹੈ ਉਹ ਰੋਗ ਹੈ। ਦੁੱਖ ਦਾਰੂ ਸੁੱਖ ਰੋਗ ਭਇਆ, ਤਾਂ ਇਸ ਨੂੰ ਵੀ ਸਤਿਗੁਰਾਂ ਨੇ ਦਾਤ ਹੀ ਮੰਨਿਆ ਹੈ। ਤਾਂ ਬਹੁਤੇ ਵਿਦਵਾਨਾਂ ਨੇ ਇਹਨਾਂ ਦੋਹਾਂ ਤੁਕਾਂ ਦੇ ਇਕੱਠੇ ਅਰਥ ਕੀਤੇ ਹਨ, ਪਰ ਜੇ ਅਸੀਂ ਇਸ ਚੀਜ਼ ਨੂੰ ਕੁਝ ਥੋੜਾ ਜਿਹਾ ਇਉਂ ਸਮਝੀਏ ਕਿ ਇਹ ਸ਼ਬਦ ਜੋ ਹਨ ਇਹ ਵੀ ਦਾਤ ਤੇਰੀ ਦਾਤਾ, ਇਹ ਇਸ ਤੋਂ ਪਹਿਲੇ 3-4 ਤੁਕਾਂ ਦੇ ਵਿੱਚ ਸਤਿਗੁਰਾਂ ਨੇ ਜਿਹੜੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ ਕਿ ਕਿਤੇ ਮੰਗੈ ਜੋਧ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖ ਖਾਈ ਖਾਏ, ਕਿਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾ। ਹੁਣ ਸਤਿਗੁਰੂ ਨੇ ਇਹਦੇ ਵਿੱਚ ਉਹਨਾਂ ਸਾਰਿਆਂ ਬੰਦਿਆਂ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ ਜਿਹੜੇ ਦਾਤਾਂ ਲੈ ਕੇ ਆਪ ਦਾਨੀ ਬਣ ਬੈਠਦੇ ਹਨ, ਵੱਡੇ ਸੂਰਮੇ ਵੱਡੇ ਰਾਜੇ ਅਖਵਾਉਂਦੇ ਹਨ। ਉਹ ਜਿਹੜੇ ਲੈ ਕੇ ਖੱਪ ਕੇ ਮਰ ਜਾਂਦੇ ਹਨ ਕਿਉਂਕਿ ਉਹ ਦਾਤਾਂ ਲੈ ਕੇ ਵਿਕਾਰਾਂ ਵਿੱਚ ਪੈ ਜਾਂਦੇ ਹਨ। ਕਈ ਮੁਨਕਰ ਹੋ ਬਹਿੰਦੇ ਹਨ, ਕਈ ਸੋਚਦੇ ਹੀ ਨਹੀਂ ਕਿ ਸਾਨੂੰ ਕੀ ਮਿਲਿਆ ਹੈ, ਕਿੱਥੋਂ ਮਿਲਿਆ ਹੈ, ਬਸ ਉਹ ਭੋਗੀ ਜਾ ਰਹੇ ਹਨ। ਤੇ ਕਈ ਐਸੇ ਹਨ ਕਿ ਜਿਨ੍ਹਾਂ ਨੂੰ ਦਾਤਾਂ ਵੀ ਨਹੀਂ ਮਿਲੀਆਂ ਪਰ ਉਹਨਾਂ ਨੂੰ ਜੋ ਹੈ ਉਹ ਤਕਲੀਫਾਂ ਹੀ ਸਾਰੀ ਜ਼ਿੰਦਗੀ ਮਿਲਦੀਆਂ ਰਹਿੰਦੀਆਂ ਹਨ, ਦੁੱਖ ਭੁੱਖ ਤੇ ਧੱਕੇ ਸਭ ਕੁਝ ਮਿਲਦੇ ਰਹਿੰਦੇ ਹਨ। ਹੁਣ ਸਤਿਗੁਰੂ ਕਹਿ ਰਹੇ ਹਨ ਕਿ ਇਹ ਵੀ ਦਾਤ ਤੇਰੀ ਦਾਤਾ। ਹੁਣ ਦਰਅਸਲ ਦੇਖਿਆ ਜਾਵੇ ਤਾਂ ਇਹ ਸਾਡੇ ਜੋ ਨਜ਼ਰੀਆ ਹੈ ਕੇਵਲ ਉਹਦੀ ਹੀ ਗੱਲ ਹੈ ਕਿ ਅਸੀਂ ਕਿਸੇ ਨੂੰ ਦੁਖੀ ਕਹਿੰਦੇ ਹਾਂ ਜਾਂ ਸੁਖੀ ਕਹਿੰਦੇ ਹਾਂ। ਸਾਡੀ ਅਵਸਥਾ ਬਿਲਕੁਲ ਉਸ ਤਰ੍ਹਾਂ ਹੈ ਕਿ ਜਿਵੇਂ ਇੱਕ ਸਕੂਲ ਦੇ ਵਿੱਚ ਮਾਸਟਰ ਹੁੰਦਾ ਹੈ, ਉਹਦੇ ਕੋਲ ਬੜੇ ਸਾਰੇ ਸਟੂਡੈਂਟਸ ਹੁੰਦੇ ਹਨ। ਕਿਸੇ ਨੂੰ ਤਾਂ ਉਹ ਐਕਸਟਰਾ ਟਿਊਸ਼ਨ ਦਿੰਦਾ ਹੈ, ਕਿਸੇ ਨੂੰ ਐਕਸਟਰਾ ਹੋਮਵਰਕ ਦਿੰਦਾ ਹੈ, ਕਿਸੇ ਨੂੰ ਉਹ ਪਨਿਸ਼ਮੈਂਟ ਦਿੰਦਾ ਹੈ। ਤਾਂ ਲੇਕਿਨ ਉਹ ਸਾਰਿਆਂ ਦੇ ਉੱਤੇ ਉਹ ਦਾਤ ਹੀ ਕਰ ਰਿਹਾ ਹੁੰਦਾ ਹੈ, ਮਿਹਰ ਹੀ ਕਰ ਰਿਹਾ ਹੁੰਦਾ, ਕਿਉਂਕਿ ਉਹ ਸਾਰਿਆਂ ਨੂੰ ਸੁਧਾਰਨਾ ਚਾਹੁੰਦਾ ਹੈ। ਜਿਸ ਚੀਜ਼ ਦੀ ਲੋੜ ਹੈ, ਜੋ ਦਾਤ ਦੇ ਕੇ, ਜੋ ਮਿਹਰ ਕਰਕੇ ਉਹ ਆਪਣੇ ਵਿਦਿਆਰਥੀ ਨੂੰ ਹੋਰ ਬੈਟਰ ਬਣਾ ਸਕਦਾ ਹੈ, ਉਸ ਤਰੀਕੇ ਨਾਲ ਕਰ ਰਿਹਾ ਹੁੰਦਾ ਹੈ। ਇਹ ਜਿਹੜੇ ਸਾਨੂੰ ਸਤਿਗੁਰਾਂ ਨੇ ਸਮਝਾਇਆ ਹੈ, ਸਤਿਗੁਰੂ ਕਹਿੰਦੇ ਹਨ ਕਿ ਇਹ ਉਸ ਦੀ ਦਾਤ ਹੀ ਹੈ। ਇਹ ਸਿਰਫ ਸਾਡੀ ਨਜ਼ਰ ਦੇ ਵਿੱਚ ਹੋ ਸਕਦਾ ਹੈ ਕਿ ਅਸੀਂ ਇਹ ਸਮਝੀਏ ਵੀ ਇਹਨੂੰ ਦੁੱਖ ਮਿਲ ਰਿਹਾ ਹੈ, ਕਲੇਸ਼ ਮਿਲ ਰਿਹਾ ਹੈ, ਜਾਂ ਇਹ ਵਿਚਾਰਾ ਭੁੱਖਾ ਹੈ, ਇਹਨੂੰ ਖਾਣ ਨੂੰ ਕੁਝ ਨਹੀਂ ਮਿਲ ਰਿਹਾ, ਇਹਨੂੰ ਸਦ ਮਾਰ ਹੈ, ਇਹਨੂੰ ਬਹਿਣ ਨੂੰ, ਉੱਠਣ ਨੂੰ, ਸੌਣ ਨੂੰ ਕੋਈ ਥਾਂ ਨਹੀਂ ਮਿਲ ਰਹੀ, ਹਰ ਥਾਂ ਤੇ ਧੱਕੇ ਪੈ ਰਹੇ ਹਨ। ਪਰ ਸਤਿਗੁਰੂ ਕਹਿੰਦੇ ਹਨ ਕਿ ਨਹੀਂ, ਇਹ ਸਾਰਾ ਕੁਝ ਜੋ ਹੈ ਉਹ ਉਹਦੀਆਂ ਦਾਤਾਂ ਦੇ ਵਿੱਚ ਹੀ ਗਿਣਨਾ ਚਾਹੀਦਾ ਹੈ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਉਸ ਦੀ ਜਿਹੜੀ ਡਿਵੈਲਪਮੈਂਟ ਹੋਣੀ ਹੈ, ਉਹਨੂੰ ਸਮਝ ਆਉਣੀ ਹੈ। ਜਿਵੇਂ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਦੁੱਖਾਂ ਭੁੱਖਾਂ ਦੇ ਵਿੱਚੋਂ ਬੰਦਾ ਲੰਘਦਾ ਹੈ ਤੇ ਉਹਨੂੰ ਉਹਦੀ ਰਜ਼ਾ ਦੀ ਸਮਝ ਆਉਂਦੀ ਹੈ, ਉਹਦੇ ਭਾਣੇ ਵਿੱਚ ਚੱਲਣ ਦੀ ਸਮਝ ਆਉਂਦੀ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿ ਇਹ ਉਹਦੀਆਂ ਦਾਤਾਂ ਦੀ ਵਿਸ਼ਾਲਤਾ ਹੈ। ਇਹ ਇੱਕ ਵੱਡੀ ਪਿਕਚਰ ਸਾਡੇ ਸਾਹਮਣੇ ਸਤਿਗੁਰਾਂ ਨੇ ਖਿੱਚੀ ਹੈ। ਬੰਦ ਖਲਾਸੀ ਭਾਣਾ ਹੋਏ, ਬੰਦ ਦਾ ਭਾਵ ਹੈ ਬੰਦੀ ਤੋਂ, ਖਲਾਸੀ ਭਾਵ ਮੁਕਤੀ, ਛੁਟਕਾਰਾ, ਖਲਾਸੀ ਹੋ ਜਾਣਾ। ਭਾਣਾ ਉਸ ਅਕਾਲ ਪੁਰਖ ਦੀ ਰਜ਼ਾ, ਜਿਵੇਂ ਉਹਨੂੰ ਭਾਉਂਦਾ ਹੈ, ਉਹਦੇ ਵਿੱਚ ਤੁਰਨ ਦੇਣਾ। ਹੁਣ ਸਤਿਗੁਰੂ ਇੱਥੇ ਪ੍ਰਿੰਸੀਪਲ ਜਿਸ ਦਾ ਅਸੀਂ ਸ਼ੁਰੂ ਤੋਂ ਜ਼ਿਕਰ ਕਰਦੇ ਆ ਰਹੇ ਹਾਂ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ। ਹੁਣ ਸਤਿਗੁਰੂ ਕਹਿੰਦੇ ਹਨ ਕਿ ਬੰਦ ਖਲਾਸੀ, ਬੰਧਨਾਂ ਤੋਂ ਛੁਟਕਾਰਾ। ਬੰਧਨ ਕਿਹੜੇ? ਮਾਇਆ ਦੇ ਬੰਧਨ, ਮੋਹ ਦੇ ਬੰਧਨ, ਜਿਨ੍ਹਾਂ ਦੇ ਵਿੱਚ ਮਨੁੱਖ ਦੇ ਫਸਿਆ ਹੋਇਆ ਜੀਵਨ ਗੁਜ਼ਰ ਜਾਂਦਾ ਹੈ। ਇਹਨਾਂ ਬੰਧਨਾਂ ਤੋਂ ਛੁਟਕਾਰਾ ਵੀ ਜੋ ਹੈ ਉਹ ਛੁਟਕਾਰਾ ਪਾਉਣ ਦਾ ਵੀ ਢੰਗ ਇੱਕੋ ਹੀ ਹੈ, ਭਾਣਾ ਹੋਏ। ਸਿਰਫ ਉਸ ਅਕਾਲ ਪੁਰਖ ਦੀ ਰਜ਼ਾ, ਉਹਦੇ ਭਾਣੇ, ਉਹਦੇ ਹੁਕਮ ਦੇ ਵਿੱਚ ਤੁਰਿਆ ਹੀ ਜੋ ਹੈ ਛੁਟਕਾਰਾ ਹੋ ਸਕਦਾ ਹੈ। ਇਸ ਤੋਂ ਬਿਨਾਂ ਹੋਰ ਆ ਨਾ ਸਕਿਆ। ਹੋਰ ਦਾ ਭਾਵ ਹੈ ਹੋਰ ਤਰੀਕਾ, ਭਾਵ ਭਾਣੇ ਵਿੱਚ ਤੁਰਨ ਤੋਂ ਇਲਾਵਾ
ਕੋਈ ਹੋਰ ਤਰੀਕਾ ਬੰਧਨਾਂ ਤੋਂ ਖਲਾਸੀ ਪਾਉਣ ਦਾ ਆਖ ਨਾ ਸਕੈ ਕੋਈ ਭਾਵ ਕੋਈ ਮਨੁੱਖ ਵੀ ਦੱਸ ਨਹੀਂ ਸਕਦਾ। ਰਜ਼ਾ ਵਿੱਚ ਤੁਰਨ ਤੋਂ ਬਿਨਾਂ ਕੋਈ ਹੋਰ ਤਰੀਕਾ ਕੋਈ ਮਨੁੱਖ ਦੱਸ ਨਹੀਂ ਸਕਦਾ। ਭਾਵ ਉਸ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਕੋਈ ਵੀ ਹੋਰ ਤਰੀਕਾ ਮਾਇਆ ਤੇ ਬੰਧਨ ਤੋਂ ਛੁਟਕਾਰਾ ਹੋ ਸਕਦਾ ਹੈ, ਕਰਾ ਸਕਦਾ ਹੈ, ਐਸਾ ਕੋਈ ਤਰੀਕਾ ਹੈ ਹੀ ਨਹੀਂ। ਜੇ ਹੁੰਦਾ ਤੇ ਜ਼ਰੂਰ ਕੋਈ ਬੰਦਾ ਦੱਸ ਸਕਦਾ। ਸਿਰਫ ਇੱਕੋ ਹੀ ਢੰਗ ਹੈ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ, ਕਿ ਅਸੀਂ ਉਸ ਪ੍ਰਭੂ ਦੇ ਭਾਣੇ ਦੇ ਅਨੁਸਾਰ ਹੁਕਮ ਦੇ ਵਿੱਚ ਜੀਵਨ ਜੀਣਾ ਹੈ। ਇਹੀ ਇੱਕੋ ਇੱਕ ਢੰਗ ਹੈ। ਭਾਵ ਸਤਿਗੁਰੂ ਇੱਥੇ ਦ੍ਰਿੜ ਕਰਾ ਰਹੇ ਹਨ ਕਿ ਉਹਦੀਆਂ ਦਾਤਾਂ ਲੈ ਕੇ ਇਹ ਜਿੰਨਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਉਹਨਾਂ ਨੂੰ ਅਗਰ ਦੇਖੀਏ ਤਾਂ ਇੱਕ ਕਿਸਮ ਨਾਲ ਉਹ ਬੰਧਨਾਂ ਦੇ ਵਿੱਚ ਹੀ ਫਸ ਚੁੱਕੇ ਵਿਅਕਤੀ ਨੇ। ਤੇ ਸਤਿਗੁਰੂ ਕਹਿੰਦੇ ਹਨ ਕਿ ਉਹਨਾਂ ਤੋਂ ਉਹਨਾਂ ਦਾ ਛੁਟਕਾਰਾ ਜੋ ਹੈ ਉਹ ਕੇਵਲ ਇੱਕੋ ਹੀ ਤਰੀਕਾ ਹੈ ਕਿ ਜੇ ਅਸੀਂ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਤੁਰਨਾ ਸ਼ੁਰੂ ਕਰ ਦਈਏ। ਜਗਿਆਸੂ ਦਾ ਕੰਮ ਇਹ ਹੈ ਕਿ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਜੋ ਚੱਲਣ ਦਾ ਕੰਮ ਸ਼ੁਰੂ ਕਰ ਦਈਏ, ਤਾਂ ਹੀ ਜਿਹੜਾ ਹੈ ਉਸ ਤੋਂ ਛੁਟਕਾਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਨਹੀਂ ਹੈ, ਤੇ ਨਾ ਹੀ ਕੋਈ ਸਾਨੂੰ ਕੋਈ ਇਹੋ ਜਿਹਾ ਰਸਤਾ ਹੋਰ ਕੋਈ ਦੱਸ ਸਕਦਾ ਹੈ, ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਅਸਲ ਦੇ ਵਿੱਚ ਹੈ ਹੀ ਨਹੀਂ। ਪਰ ਜੇ ਕੋਈ ਦੱਸੇ ਕਿ ਇਹ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਵੀ ਹੋ ਸਕਦਾ ਹੈ, ਤੇ ਸਤਿਗੁਰੂ ਅੱਗੇ ਕਹਿੰਦੇ ਹਨ, ਜੇ ਕੋ ਖਾਇਕ ਆਖਣ ਪਾਏ। ਹੁਣ ਖਾਇਕ ਸ਼ਬਦ ਵੀ ਫਾਰਸੀ ਤੋਂ ਆਇਆ ਹੈ, ਜਿਸ ਦਾ ਅਰਥ ਹੈ ਕੱਚੀ ਸਮਝ ਵਾਲਾ ਮਨੁੱਖ, ਕੱਚਾ ਮਨੁੱਖ, ਜਿਹਨੂੰ ਪਤਾ ਨਹੀਂ ਹੈ ਜਿਹੜੀ ਗੱਲ ਉਹ ਕਰ ਰਿਹਾ ਹੈ ਉਹਦਾ ਵਿਸ਼ਾ ਕੀ ਹੈ, ਪਰ ਉਹ ਫਿਰ ਵੀ ਬੋਲਦਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜੇ ਕੋਈ ਕੱਚੀ ਸਮਝ ਵਾਲਾ ਮਨੁੱਖ ਆਖਣ ਪਾਏ, ਭਾਵ ਆਖਣ ਦਾ ਯਤਨ ਕਰੇ, ਦੱਸਣ ਦਾ ਯਤਨ ਕਰੇ। ਇੱਥੇ ਰੈਫਰੈਂਸ ਹੈ ਹੋਰ ਆਖ ਨਾ ਸਕੈ ਕੋਏ। ਪਰ ਜੇ ਕੋਈ ਕੱਚੀ ਸਮਝ ਵਾਲਾ ਮਨੁੱਖ ਇਹਨੂੰ ਦੱਸਣ ਦਾ ਯਤਨ ਕਰੇ ਤਾਂ ਫਿਰ ਸਤਿਗੁਰੂ ਕਹਿੰਦੇ ਹਨ ਉਹ ਜਾਣੈ ਜੇਤੀਆਂ ਮੋਹ ਖਾਏ। ਉਹਦਾ ਭਾਵ ਮੂਰਖ ਮਨੁੱਖ, ਜੇਤੀਆਂ ਭਾਵ ਜਿੰਨੀਆਂ ਕੁ ਚੋਟਾਂ, ਜਾਂ ਕਹਿ ਲਈਏ ਜਿੰਨੀਆਂ ਕੁ ਜੁੱਤੀਆਂ, ਮੂੰਹ ਮਤਲਬ ਮੂੰਹ ਤੇ ਖਾਂਦਾ ਹੈ। ਭਾਵ ਉਹਨੂੰ ਮੂੰਹ ਦੀ ਖਾਣੀ ਪੈਂਦੀ ਹੈ। ਕਿੰਨੀ ਕੁ ਖਾਣੀ ਪੈਂਦੀ ਹੈ ਇਹ ਕੌਣ ਦੱਸੇ? ਇਹ ਤਾਂ ਉਹੀ ਦੱਸੇ ਜਿਹਨੂੰ ਉਹ ਪੈਂਦੀਆਂ ਹਨ। ਤਾਂ ਉਹੀ ਮੂਰਖ ਜਿਹੜਾ ਮਨੁੱਖ ਹੈ, ਜਿਹੜਾ ਬੋਲਿਆ ਸੀ, ਇਹ ਦੱਸਣ ਦਾ ਯਤਨ ਜਿਹਨੇ ਕੀਤਾ ਕਿ ਇਹਨਾਂ ਬੰਧਨਾਂ ਤੋਂ ਛੁਟਕਾਰਾ ਕਿਸੇ ਹੋਰ ਢੰਗ ਨਾਲ ਵੀ ਹੋ ਸਕਦਾ ਹੈ, ਉਹ ਹੋਰ ਕੋਈ ਵਸੀਲਾ ਦੱਸੇ, ਤਾਂ ਇਸ ਮੂਰਖਤਾ ਕਰਕੇ ਉਹਨੂੰ ਕਿੰਨੀਆਂ ਕੁ ਚੋਟਾਂ ਆਪਣੇ ਮੂੰਹ ਤੇ ਖਾਣੀਆਂ ਪੈਂਦੀਆਂ ਹਨ, ਇਹ ਤਾਂ ਫਿਰ ਉਹ ਹੀ ਦੱਸ ਸਕਦਾ ਹੈ। ਦੂਜੇ ਬੰਦੇ ਨੂੰ ਤੇ ਅੰਦਾਜ਼ਾ ਹੀ ਨਹੀਂ ਹੋ ਸਕਦਾ। ਦਰਅਸਲ ਗੱਲ ਇਹ ਹੈ ਕਿ ਅਕਾਲ ਪੁਰਖ ਦੇ ਭਾਣੇ ਦੇ ਅੰਦਰ ਚੱਲਣਾ ਹੀ ਉਹਦੀ ਮੋਹ ਮਾਇਆ ਤੋਂ, ਕੂੜ ਤੋਂ ਬਚਣ ਦਾ ਇੱਕੋ ਇੱਕ ਵਸੀਲਾ ਹੈ। ਜਦੋਂ ਜੀਵਨ ਭਾਣੇ ਦੇ ਵਿੱਚ ਹੁੰਦਾ ਹੈ ਤਾਂ ਹੀ ਇਸ ਸਾਰੇ ਬੰਧਨਾਂ ਤੋਂ ਛੁਟਕਾਰਾ ਹੁੰਦਾ ਹੈ। ਹੋਰ ਕੋਈ ਵਸੀਲਾ ਨਹੀਂ ਜਿਹਦੇ ਨਾਲ ਅਸੀਂ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਰਹਿਣ ਤੋਂ ਬਿਨਾਂ, ਕੋਈ ਵਸੀਲਾ ਨਹੀਂ ਜਿਹਦੇ ਨਾਲ ਅਸੀਂ ਆਪਣੇ ਬੰਧਨਾਂ ਤੋਂ ਛੁਟਕਾਰਾ ਪਾ ਸਕੀਏ, ਖਲਾਸੀ ਪਾ ਸਕੀਏ। ਆਪੇ ਜਾਣੈ ਆਪੇ ਦੇ। ਆਪੇ ਭਾਵ ਉਹ ਅਕਾਲ ਪੁਰਖ, ਜਾਣੈ ਭਾਵ ਜਾਣਦਾ ਹੈ, ਤੇ ਆਪੇ ਦੇ ਭਾਵ ਦਿੰਦਾ ਹੈ। ਅਕਾਲ ਪੁਰਖ ਆਪ ਹੀ ਜਾਣਦਾ ਹੈ ਤੇ ਆਪ ਹੀ ਦਿੰਦਾ ਹੈ। ਉਸੇ ਨੂੰ ਹੀ ਪਤਾ ਹੈ ਕਿ ਜੀਵਾਂ ਦੀਆਂ ਲੋੜਾਂ ਕੀ ਹਨ, ਤੇ ਉਹਨਾਂ ਲੋੜਾਂ ਦੇ ਮੁਤਾਬਕ ਉਹ ਆਪਣੀਆਂ ਦਾਤਾਂ ਜੋ ਹਨ ਉਹ ਜੀਵਾਂ ਨੂੰ ਦਿੰਦਾ ਹੈ। ਆਖੈ ਸੇ ਭੇ ਕੇਈ ਕੇ। ਔਰ ਇਹ ਗੱਲ ਜਿਹੜੀ ਹੈ, ਇਹ ਨਹੀਂ ਕਿ ਉੱਪਰ ਸਾਰੇ ਨਾਸ਼ੁਕਰੇ ਮਨੁੱਖਾਂ ਦਾ ਜਾਂ ਮਾਇਆ ਵਿੱਚ ਗਲਤਾਨ ਹੋਏ ਮਨੁੱਖਾਂ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ। ਤੇ ਸਤਿਗੁਰੂ ਕਹਿੰਦੇ ਹਨ ਇਹ ਨਹੀਂ ਕਿ ਸਾਰੇ ਹੀ ਨਾਸ਼ੁਕਰੇ ਹਨ, ਅਨੇਕਾਂ ਮਨੁੱਖ ਐਸੇ ਵੀ ਹਨ। ਆਖੈ ਆਖਦੇ ਹਨ, ਸੇ ਭੇ ਇਹ ਗੱਲ, ਕਈ ਕੇ ਭਾਵ ਕਈ ਮਨੁੱਖ, ਬਹੁਤ ਸਾਰੇ ਮਨੁੱਖ ਵੀ ਇਹ ਗੱਲ ਕਹਿੰਦੇ ਹਨ। ਕੀ ਗੱਲ? ਆਪੇ ਜਾਣੈ ਆਪੇ ਦੇ, ਕਿ ਉਹ ਅਕਾਲ ਪੁਰਖ ਆਪ ਹੀ ਜੀਵਾਂ ਦੀਆਂ ਲੋੜਾਂ ਨੂੰ ਜਾਣਦਾ ਹੈ, ਉਹ ਆਪ ਹੀ ਉਹਨਾਂ ਨੂੰ ਦਾਤਾਂ ਦਿੰਦਾ ਹੈ। ਔਰ ਅਨੇਕਾਂ ਅਣਗਿਣਤ ਲੋਕ ਵੀ ਇਹ ਗੱਲ ਸਮਝਦੇ ਹੋਏ ਉਸ ਦੇ ਗੁਣ ਗਾ ਰਹੇ ਹਨ
ਕਿ ਉਹ ਵੱਡਾ ਦਾਤਾ ਹੈ, ਵੱਡਾ ਜਨਨਹਾਰ ਹੈ, ਸਾਡੀਆਂ ਲੋੜਾਂ ਉਹਨੂੰ ਪਤਾ ਹਨ, ਤੇ ਸਾਨੂੰ ਜਿਹੜੀਆਂ ਲੋੜ ਦੀਆਂ ਚੀਜ਼ਾਂ ਹਨ, ਸਤਿਗੁਰੂ ਕਹਿੰਦੇ ਹਨ ਅਨੇਕਾਂ ਲੋਕ ਜਿਹੜੇ ਹਨ ਉਹਦੇ ਗੁਣ ਗਾ ਰਹੇ ਹਨ, ਉਹਨੂੰ ਕਹਿ ਰਹੇ ਹਨ ਕਿ ਸਾਨੂੰ ਸਭ ਕੁਝ ਦੇਣ ਵਾਲਾ ਅਕਾਲ ਪੁਰਖ ਹੈ, ਸਾਨੂੰ ਮੰਗਣ ਦੀ ਲੋੜ ਵੀ ਨਹੀਂ ਪੈਂਦੀ, ਉਹਨੂੰ ਪਤਾ ਹੈ ਸਾਨੂੰ ਕੀ ਚਾਹੀਦਾ ਹੈ, ਉਹ ਦਿੰਦਾ ਹੀ ਜਾ ਰਿਹਾ ਹੈ, ਦਿੰਦਾ ਹੀ ਜਾ ਰਿਹਾ ਹੈ। ਹੁਣ ਸਤਿਗੁਰਾਂ ਨੇ ਇੱਕ ਐਕਸਟ੍ਰੀਮ ਤੋਂ ਲੈ ਕੇ ਦੂਜੀ ਐਕਸਟ੍ਰੀਮ ਤੱਕ ਦਾ ਨਕਸ਼ਾ ਖਿੱਚ ਦਿੱਤਾ। ਹੁਣ ਸਤਿਗੁਰੂ ਕਹਿੰਦੇ ਹਨ ਕਿ ਉਹਦੀਆਂ ਦਾਤਾਂ ਦੀ ਗੱਲ ਤਾਂ ਆਪਾਂ ਸਾਰੀ ਕਰ ਲਈ, ਦਾਤਾਂ ਦੀ ਨਿਰਾਰਥਕਤਾ ਵੀ ਸਤਿਗੁਰਾਂ ਨੇ ਦੱਸ ਦਿੱਤੀ ਕਿਉਂਕਿ ਅਸੀਂ ਉਹਨਾਂ ਦੀ ਕਦਰ ਨਹੀਂ ਪਾਈ। ਤੇ ਇਹਨਾਂ ਦਾਤਾਂ ਦੇ ਵਿੱਚੋਂ ਆਫਟਰ ਆਲ ਜਿਹੜੀ ਇੰਨੀ ਸਤਿਗੁਰੂ ਨੇ ਸਾਨੂੰ ਡਿਟੇਲ ਦੱਸੀ ਹੈ, ਇਹਨਾਂ ਦਾਤਾਂ ਵਿੱਚੋਂ ਸਭ ਤੋਂ ਵੱਡੀ ਦਾਤ ਹੈ ਕੀ? ਤੇ ਸਤਿਗੁਰੂ ਕਹਿੰਦੇ ਹਨ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਸਤਿਗੁਰੂ ਨੇ ਸਾਨੂੰ ਉਹਦੇ ਦਾਤੇ ਹੋਣ ਦੇ ਨਾਲ, ਸਾਰੀਆਂ ਦਾਤਾਂ ਨੂੰ ਦੇਣ ਵਾਲਾ ਦੱਸਣ ਦੇ ਨਾਲ, ਇੱਕ ਹੋਰ ਗੱਲ ਜਿਹੜੀ ਤੱਤ ਵਸਤੂ ਸਾਨੂੰ ਸਮਝਾਈ ਹੈ ਉਹ ਅੰਤਲੀਆਂ ਪੰਕਤੀਆਂ ਦੇ ਵਿੱਚ ਹੈ। ਜਿਸ ਨੂੰ ਭਾਵ ਜਿਸ ਮਨੁੱਖ ਨੂੰ ਉਹ ਅਕਾਲ ਪੁਰਖ ਬਖਸ਼ਦਾ ਹੈ, ਕਿਰਪਾ ਕਰਦਾ ਹੈ, ਮਿਹਰ ਕਰਦਾ ਹੈ, ਕੀ ਦਿੰਦਾ ਹੈ? ਸਿਫਤ ਸਲਾਹ। ਉਸ ਪ੍ਰਭੂ ਦੇ ਗੁਣ ਗਾਣ ਦੀ, ਸਿਫਤ ਸਲਾਹ ਕਰਨ ਦੀ ਦਾਤ ਬਖਸ਼ਦਾ ਹੈ। ਜਿਸ ਨੂੰ ਵੀ ਸਤਿਗੁਰੂ ਅਕਾਲ ਪੁਰਖ, ਸਤਿਗੁਰੂ ਕਹਿੰਦੇ ਹਨ ਕਿ ਜਿਸ ਨੂੰ ਵੀ ਅਕਾਲ ਪੁਰਖ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ, ਤੇ ਸਤਿਗੁਰੂ ਕਹਿੰਦੇ ਹਨ ਨਾਨਕ, हे ਨਾਨਕ, ਪਾਤਸ਼ਾਹੀ ਪਾਤਸ਼ਾਹ। ਉਹਦੀ ਅਵਸਥਾ ਕੀ ਹੋ ਜਾਂਦੀ ਹੈ? ਸਤਿਗੁਰੂ ਕਹਿੰਦੇ ਹਨ ਕਿ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ, ਭਾਵ ਉਹਨੂੰ ਕੋਈ ਕਮੀ ਨਹੀਂ ਰਹਿ ਜਾਂਦੀ। ਹੁਣ ਇੱਥੇ ਪਾਤਸ਼ਾਹੀ ਪਾਤਸ਼ਾਹ ਦੱਸਣ ਦਾ ਅਰਥ ਇਹ ਨਹੀਂ ਹੈ, ਇਹ ਇੱਕ ਸਿਰਫ ਮੁਹਾਵਰਾ ਹੈ, ਕਿਉਂਕਿ ਸਾਨੂੰ ਇਹਨਾਂ ਗੱਲਾਂ ਦੀ ਸਮਝ ਲੱਗਦੀ ਹੈ। ਕਿਉਂਕਿ ਜਿਸ ਨੂੰ ਨਾਮ ਦੀ ਦਾਤ, ਉਹਦੀ ਸਿਫਤ ਸਲਾਹ ਦੀ ਦਾਤ ਬਖਸ਼ੀ ਜਾਵੇ, ਉਹ ਪ੍ਰਾਪਤ ਹੋ ਜਾਵੇ, ਉਹਦੀ ਕੀ ਅਵਸਥਾ ਬਣਦੀ, ਉਹ ਤਾਂ ਸ਼ਾਇਦ ਸ਼ਬਦਾਂ ਦੇ ਵਿੱਚ ਦੱਸੀ ਨਹੀਂ ਜਾ ਸਕਦੀ। ਉਹ ਤਾਂ ਗੂੰਗੇ ਕੀ ਮਠਿਆਈ ਹੈ, ਬੰਦਾ ਗੂੰਗਾ ਹੋ ਜਾਂਦਾ, ਉਹ ਪ੍ਰਾਪਤ ਕਰਕੇ ਦੱਸਣ ਜੋਗਾ ਹੀ ਨਹੀਂ ਰਹਿੰਦਾ। ਇਹ ਤਾਂ ਸਿਰਫ ਇੱਕ ਮੁਹਾਵਰਾ ਹੈ, ਕਿਉਂਕਿ ਸਾਡੀ ਸਮਝ ਦੇ ਵਿੱਚ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਕੌਣ ਹੁੰਦਾ ਹੈ? ਜਿਹਦੇ ਕੋਲ ਸਭ ਦਾਤਾ ਹੋਣ, ਜਿਹਦੇ ਕੋਲ ਬੇਅੰਤ ਦੌਲਤ ਹੋਵੇ, ਜਿਹਦੀ ਪ੍ਰਾਪਰਟੀ, ਉਹਦਾ ਰਾਜ, ਉਹਦਾ ਹੁਕਮ ਹਰ ਥਾਂ ਤੇ ਚੱਲਦਾ ਹੋਵੇ। ਭਾਵ ਉਹ ਜਿਹੜਾ ਵੱਡਾ ਬਾਦਸ਼ਾਹ, ਤੇ ਅਸੀਂ ਸਮਝਦੇ ਹਾਂ ਕਿ ਉਹ ਬਹੁਤ ਵੱਡਾ ਸੁਖੀ ਹੈ। ਇੱਥੇ ਸਤਿਗੁਰਾਂ ਨੇ ਸਿਰਫ ਇਹ ਮੁਹਾਵਰਾ ਵਰਤਿਆ ਹੈ, ਕਿਤੇ ਪਾਤਸ਼ਾਹਾਂ ਨੂੰ ਵੱਡਾ ਨਹੀਂ ਕਿਹਾ। ਕਹਿਣ ਤੋਂ ਭਾਵ ਇਹ ਹੈ ਕਿ ਜਿਸ ਨੂੰ ਅਕਾਲ ਪੁਰਖ ਸਿਫਤ ਸਲਾਹ ਬਖਸ਼ ਦਿੰਦਾ ਹੈ, ਜਿੰਨਾ ਕੁ ਅਸੀਂ ਸੁਖੀ ਪਾਤਸ਼ਾਹਾਂ ਨੂੰ ਸਮਝਦੇ ਹਾਂ, ਸਤਿਗੁਰੂ ਕਹਿੰਦੇ ਹਨ ਉਵੇਂ ਹੀ ਉਹ ਸੁਖੀ ਹੋ ਜਾਂਦਾ ਹੈ। ਇੱਕ ਆਈਡੀਅਲ ਉਹਨਾਂ ਨੇ ਸਾਡੇ ਸਾਹਮਣੇ ਰੱਖ ਦਿੱਤਾ ਕਿ ਉਹਦੇ ਅੰਦਰ ਤਾਂ ਬਸ ਫਿਰ ਆਨੰਦ ਹੀ ਆਨੰਦ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਇਹ ਸਤਿਗੁਰੂ ਪੂਰੀ ਪੌੜੀ ਦੇ ਵਿੱਚ ਹੁਣ ਸਾਨੂੰ ਕੀ ਸਮਝਾ ਰਹੇ ਹਨ ਕਿ ਜੋ ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਸੀ, ਅੰਤ ਦੇ ਵਿੱਚ ਜਿਹੜੀ ਗੱਲ ਕੀਤੀ ਸੀ ਕਿ ਜਦੋਂ ਉਹ ਕਹਿੰਦੇ ਹਨ ਕਿ ਅਖੀਰ ਦੇ ਉੱਤੇ ਸਤਿਗੁਰੂ ਜੀ ਸਾਡੇ ਨਾਲ ਇਹ ਗੱਲ ਕਰਦੇ ਹਨ ਕਿ ਜਿਹੜੇ ਵੱਡੇ ਵੱਡੇ ਆਪਣਾ ਅਕਾਲ ਪੁਰਖ ਬਖਸ਼ਿਸ਼ਾਂ ਕਰਦਾ ਹੈ, ਉਹਦੀ ਅਸੀਂ ਬਿਆਨ ਨਹੀਂ ਕਰ ਸਕਦੇ, ਉਹਦੇ ਬਾਰੇ ਅਸੀਂ ਦੱਸ ਨਹੀਂ ਸਕਦੇ, ਕਿਉਂਕਿ ਉਹਦੀ ਅਵਸਥਾ ਕੀ ਹੈ ਕਿ ਜੀਵਨ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਉਹ ਉਹਦੀ ਕਿਰਪਾ ਦੇ ਨਾਲ ਹੀ ਸਾਰੀਆਂ ਦਾਤਾਂ ਮਿਲਦੀਆਂ ਹਨ। ਪਰ ਸਾਰੀਆਂ ਦਾਤਾਂ ਦੇ ਵਿੱਚੋਂ ਜਿਹੜੀ ਸੁਪਰੀਮ ਦਾਤ ਹੈ, ਉਸ ਦਾ ਜ਼ਿਕਰ ਹੁਣ ਸਤਿਗੁਰੂ ਅਖੀਰ ਦੇ ਉੱਤੇ ਆ ਕੇ ਕਰ ਰਹੇ ਹਨ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਸ ਅਕਾਲ ਪੁਰਖ ਜੋ ਦਾਤਾਂ ਬਖਸ਼ ਰਿਹਾ ਹੈ ਜੀਵਾਂ ਨੂੰ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਦਾਤ ਕਿਹੜੀ ਹੈ? ਸਭ ਤੋਂ ਵੱਡੀ ਦਾਤ ਸਤਿਗੁਰੂ ਸਾਨੂੰ ਦ੍ਰਿੜ ਕਰਾ ਰਹੇ ਹਨ ਕਿ ਉਹ ਦਾਤ ਹੈ ਸਿਫਤ ਸਲਾਹ ਦੀ, ਉਸ ਦੇ ਗੁਣ ਗਾਉਣ ਦੀ, ਉਸ ਦੇ ਗੁਣਾਂ ਨਾਲ ਜੁੜਨ ਦੀ, ਉਹਦੇ ਨਾਮ ਦੇ ਨਾਲ ਜੁੜਨ ਦੀ, ਆਪਣੇ ਹਿਰਦੇ ਵਿੱਚ ਉਹਦਾ ਨਾਮ ਵਸਾਉਣ ਦੀ, ਉਸ ਅਕਾਲ ਪੁਰਖ ਨੂੰ ਵਸਾਉਣ ਦੀ, ਜਿਸ ਨੂੰ ਸਤਿਗੁਰਾਂ ਨੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਕਿਵੇਂ ਅਸੀਂ ਆਪਣੇ ਹਿਰਦੇ ਨੂੰ ਉਸ ਅਵਸਥਾ ਤੱਕ ਲੈ ਜਾਈਏ ਕਿ ਉਹ ਸੱਚ ਦਾ ਘਰ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਤਾਂ ਹੁਣ ਸਤਿਗੁਰੂ ਸਾਨੂੰ ਕਹਿ ਰਹੇ ਹਨ ਕਿ ਸਭ ਤੋਂ ਵੱਡੀ ਦਾਤ ਅਕਾਲ ਪੁਰਖ ਦੀ ਜਿਹੜੀ ਹੈ ਉਹ ਸਿਫਤ ਸਲਾਹ ਦੀ ਦਾਤ ਹੈ। ਤਾਂ ਸਾਡੇ ਵਾਸਤੇ ਇਹ ਸਤਿਗੁਰੂ ਮੈਸੇਜ ਦੇ ਰਹੇ ਹਨ ਕਿ ਜੇ ਦਾਤਾਂ, ਇਹ ਠੀਕ ਹੈ ਕਿ ਉਹਦੇ ਘਰ ਦੇ ਵਿੱਚ ਸਭ ਕੁਝ ਹੈ, ਉਹਦੇ ਘਰ ਦੇ ਵਿੱਚ ਸਾਰੀਆਂ ਦਾਤਾਂ ਹਨ, ਪਰ ਸਭ ਤੋਂ ਵੱਡੀ ਦਾਤ ਤਾਂ ਸਿਫਤ ਸਲਾਹ ਦੀ ਹੈ
ਤੇ ਇਹਦੇ ਨਾਲ ਹੀ ਇੱਕ ਜਗਿਆਸੂ ਦਾ ਜੁੜਨਾ ਬਣਦਾ ਹੈ, ਔਰ ਇਹੀ ਦਾਤ ਸਾਨੂੰ ਅਕਾਲ ਪੁਰਖ ਤੋਂ ਮੰਗਣੀ ਚਾਹੀਦੀ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ